Hi guys, this is Harpreet Singh. Welcome back to the channel Mr. Singh Education. Welcome to the Indian Polity classes for all the competitive exams. Guys, here you get political notes which are helpful for your exams. These notes are elaborated also. ਸੋ ਗਾਇਜ਼ ਆਪਾਂ ਲਾਸਟ ਕਲਾਸਿਸ ਵਿੱਚ ਕਰ ਰਹੇ ਸੀ ਪ੍ਰੀਐਂਬਲ, ਠੀਕ ਹੈ। ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਜਿਹੜਾ ਕਰਨਾ ਹੈਗਾ ਉਹ ਕੀ ਹੈ, ਟੌਪਿਕ ਦਾ ਨਿਊ ਟੌਪਿਕ ਜਿਹੜਾ ਆਪਾਂ ਸਟਾਰਟ ਕਰਨਾ ਹੈ ਉਹ ਹੈਗਾ ਸੇਲੀਅਨ ਫੀਚਰਸ ਆਫ ਇੰਡੀਅਨ ਕਨਸਟੀਟਿਊਸ਼ਨ। ਆਪਣੇ ਭਾਰਤੀ ਸੰਵਿਧਾਨ ਦੇ ਪ੍ਰਮੁੱਖ ਕਿਹੜੇ ਕਿਹੜੇ ਤੱਤ ਹੈਗੇ ਨੇ ਜਿਹੜੇ ਆਪਣੇ ਸੰਵਿਧਾਨ ਦੀ ਮਹੱਤਤਾ ਨੂੰ ਹੋਰ ਵਧਾਉਂਦੇ ਨੇ, ਆਪਣੇ ਸੰਵਿਧਾਨ ਦੀ ਇੰਪੋਰਟੈਂਸ ਨੂੰ ਹੋਰ ਵਧਾਉਂਦੇ ਨੇ, ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਸੋ ਆਈ ਹੋਪ ਗਾਈਜ਼ ਤੁਸੀਂ ਸਾਰੇ ਜਿਹੜੇ ਹੈਗੇ ਤਿਆਰ ਹੋ ਗਏ ਆਪਣੇ ਨਿਊ ਟੌਪਿਕ ਲਈ। ਸੋ ਗਾਈਜ਼ ਆਪਾਂ ਸਟਾਰਟ ਕਰਦੇ ਹਾਂ। ਉਸ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਲਾਸਟ ਟੌਪਿਕ ਨਾਲ ਰਿਗਾਰਡਿੰਗ ਥੋੜ੍ਹਾ ਜਿਹਾ ਆਪਣਾ ਜਿਹੜਾ ਰਹਿ ਗਿਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਸੋ ਗਾਈਜ਼ ਆਪਾਂ ਜਿਹੜਾ ਹੈਗਾ ਆਪਣਾ ਲੈਕਚਰ ਸਟਾਰਟ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜਾ ਆਪਣਾ ਜਿਹੜਾ ਹੈਗਾ ਟੌਪਿਕ ਦੇ ਵਿੱਚ ਰਹਿ ਗਿਆ ਹੈਗਾ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਆਪਣੇ ਟੌਪਿਕ ਦੇ ਵਿੱਚ ਇੱਕ ਗੱਲ ਰਹਿ ਗਈ ਸੀ ਪ੍ਰੀਐਂਬਲ, ਜਦੋਂ ਆਪਾਂ ਪ੍ਰਸਤਾਵਨਾ ਕੀਤੀ ਤਾਂ ਉਹਦੇ ਵਿੱਚ ਆਪਣਾ ਸਿਰਫ ਇੱਕ ਟੌਪਿਕ ਰਹਿ ਗਿਆ ਅਮੈਂਡੇਬਿਲਿਟੀ ਆਫ ਦਾ ਪ੍ਰੀਐਂਬਲ, ਮਤਲਬ ਕਿ ਸੰਵਿਧਾਨ ਦੇ ਵਿੱਚ ਜਿਹੜੀ ਆਪਣੀ ਪ੍ਰਸਤਾਵਨਾ ਹੈਗੀ, ਪ੍ਰਸਤਾਵਨਾ ਨੂੰ ਸੋਧਿਆ ਜਾ ਸਕਦਾ ਹੈ ਕਿ ਨਹੀਂ ਸੋਧਿਆ ਜਾ ਸਕਦਾ। ਤਾਂ ਸਭ ਤੋਂ ਪਹਿਲਾਂ ਕੀ ਹੈਗਾ ਸੀ ਵੀ ਆਪਣਾ ਜਦੋਂ ਸੰਵਿਧਾਨ ਬਣਿਆ ਉਸ ਟਾਈਮ ਜਿਹੜਾ ਹੈਗਾ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਨਹੀਂ ਹੈਗੀ ਸੀ ਜਿਹਦੇ ਕਰਕੇ ਕਿ ਆਪਾਂ ਪ੍ਰੀਐਂਬਲ ਨੂੰ ਪ੍ਰਸਤਾਵਨਾ ਨੂੰ ਸੋਚ ਸਕੀਏ। ਤਾਂ ਕੀ ਆਪਣੇ ਕੀ ਗੱਲ ਕਰ ਰਿਹਾ ਹੈਗਾ, ਦ ਕੋਰਟ ਹੈਲਡ ਦੈਟ ਦ ਬੇਸਿਕ ਐਲੀਮੈਂਟਸ ਔਰ ਦ ਫੰਡਾਮੈਂਟਲ ਫੀਚਰਸ ਆਫ ਦ ਕੰਸਟੀਟਿਊਸ਼ਨ ਐਜ਼ contained in the preamble cannot be altered by an amendment under article 368। ਤਾਂ ਕਿ ਕੋਰਟ ਨੇ ਕੀ ਗੱਲ ਕੀਤੀ, ਕੋਰਟ ਸੰਵਿਧਾਨ ਪਹਿਲਾਂ ਤਾਂ ਕੀ ਗੱਲ ਹੈਗੀ ਵੀ ਪ੍ਰੀਐਂਬਲ ਨੂੰ ਜਿਹੜਾ ਹੈਗਾ ਸੋਧਿਆ ਜਾ ਸਕਦਾ ਹੈ ਅੰਡਰ ਆਰਟੀਕਲ 368। ਆਰਟੀਕਲ 368 ਦੇ ਵਿੱਚ ਜਿਹੜਾ ਹੈਗਾ ਇੱਕ ਪ੍ਰੋਸੀਜਰ ਦਿੱਤਾ ਹੈ, 5 ਤਰ੍ਹਾਂ ਦੇ ਜਿਹੜੇ ਦਿੱਤੇ ਪ੍ਰੋਸੀਜਰ ਦਿੱਤੇ ਨੇ ਜਿਨ੍ਹਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਦੇ ਜੇ ਉਹ ਉਸ ਕਰਕੇ ਜਿਹੜਾ ਹੈਗਾ ਉਹ ਡਾਇਲਿਊਟ ਨਹੀਂ ਹੋ ਰਿਹਾ, ਉਹਨਾਂ ਦੇ ਕਿਸੇ ਤਰ੍ਹਾਂ ਵੀ ਉਹਦੇ ਦੇ ਕਰਕੇ ਜਿਹੜਾ ਹੈਗਾ ਸੰਵਿਧਾਨ 'ਤੇ ਇੰਪੈਕਟ ਨਹੀਂ ਪੈ ਰਿਹਾ, ਤਾਂ ਆਪਾਂ ਕੀ ਸੰਵਿਧਾਨ ਦੇ ਵਿੱਚ ਕੋਈ ਵੀ ਸੋਧ ਕਰ ਸਕਦੇ ਚਾਹੇ ਉਹ ਕੀ ਹੈ ਪ੍ਰੀਐਂਬਲ ਹੀ ਹੈ, ਪ੍ਰਸਤਾਵਨਾ ਹੀ ਹੈ। ਤਾਂ ਕੋਰਟ ਨੇ ਕੀ ਕਿਹਾ ਸੀ, ਕੋਰਟ ਨੇ ਕਿਹਾ ਸੀ ਵੀ ਆਪਣੇ ਜਿਹੜੇ ਹੈਗੇ ਨੇ ਫੰਡਾਮੈਂਟਲ ਫੀਚਰਸ, ਜਿਹੜੇ ਬੇਸਿਕ ਫੀਚਰਸ ਹੈਗੇ ਨੇ, ਤਾਂ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਬੇਸਿਕ ਫੀਚਰਸ ਹੈਗੇ ਨੇ ਉਹ ਨਹੀਂ ਬਸ ਉਹਨਾਂ ਦੇ ਕੋਈ ਤਰ੍ਹਾਂ ਕਿਸੇ ਤਰ੍ਹਾਂ ਵੀ ਉਹਨਾਂ ਦਾ ਡਾਇਲਿਊਟ ਨਹੀਂ ਹੋਣਾ ਚਾਹੀਦਾ, ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਮਤਲਬ ਕਿ ਉਹਦੇ ਵਿੱਚ ਚੇਂਜ ਨਹੀਂ ਆਉਣਾ ਚਾਹੀਦਾ। ਅਦਰਵਾਈਜ਼ ਆਪਾਂ ਕੀ ਸੰਵਿਧਾਨ ਦੇ ਵਿੱਚ ਕੋਈ ਵੀ ਜਿਹੜੇ ਹੈਗੇ ਆਪਣੀ ਸੋਧ ਕਰ ਸਕਦੇ। ਤਾਂ ਅੱਗੇ ਕੀ ਗੱਲ ਕਰਦੇ ਆ, ਪ੍ਰੀਐਂਬਲ ਹੈਜ਼ ਬੀਨ ਅਮੈਂਡਡ ਓਨਲੀ ਵਨਸ ਸੋ ਫਾਰ। ਤਾਂ ਹੁਣ ਕੀ ਹੈ, ਆਪਣਾ ਸੰਵਿਧਾਨ ਜਿਹੜਾ ਹੈਗਾ ਪੂਰੇ ਟਾਈਮ ਦੇ ਵਿੱਚ ਇੱਕ ਵਾਰ ਹੀ ਸੋਧਿਆ ਗਿਆ ਇਨ 1976 1976 ਦੇ ਵਿੱਚ ਆਪਣੇ ਜਿਹੜਾ ਹੈਗਾ ਸੰਵਿਧਾਨ ਦੇ ਪ੍ਰੀਐਂਬਲ ਨੂੰ ਸੋਧਿਆ ਗਿਆ, ਠੀਕ ਹੈ। ਹੁਣ ਪ੍ਰੀਐਂਬਲ ਦੇ ਵਿੱਚ ਕੀ ਹੈ, ਬਾਈ 42nd ਅਮੈਂਡਮੈਂਟ ਐਕਟ ਵਿਚ ਐਡਡ 3 ਨਿਊ ਵਰਡਸ। ਹੁਣ ਕੀ ਹੈ 42ਵੀਂ ਸੋਧ ਦੇ ਵਿੱਚ ਇਹਨੂੰ ਸੋਧਿਆ ਗਿਆ ਤੇ 42ਵੀਂ ਸੋਧ ਦੇ ਵਿੱਚ ਇਹਦੇ ਵਿੱਚ ਕੀ 3 ਵਰਡਸ ਨੂੰ ਐਡ ਕੀਤਾ ਗਿਆ, ਸੋਸ਼ੀਅਲਿਸਟ, ਸੈਕੂਲਰ, ਇੰਟੀਗ੍ਰਿਟੀ ਟੂ ਦਾ ਪ੍ਰੀਐਂਬਲ, ਠੀਕ ਹੈ। ਹੁਣ ਇਹ ਜਿਹੜੇ ਹੈਗੇ 3 ਵਰਡਸ ਨੂੰ ਕੀ ਹੈ ਆਪਾਂ ਜਿਹੜਾ ਹੈਗਾ ਉਹਦੇ ਵਿੱਚ ਲਿਆਂਦਾ ਤੇ ਇਹ ਜਿਹੜੀ ਸੰਵਿਧਾਨਿਕ ਸੋਧ ਹੈਗੀ ਸੀ ਇਹਨੂੰ ਕੀ ਵੈਲਿਡ ਕੀਤਾ ਗਿਆ ਤੇ ਇਹਨੂੰ ਕੀ ਹੈ ਸੰਵਿਧਾਨਿਕ ਮਾਨਤਾ ਵੀ ਦਿੱਤੀ ਗਈ ਵੀ ਸਹੀ ਹੈ, ਵੀ ਇਹਦੇ ਕਰਕੇ ਕੀ ਆਪਣੇ ਸੰਵਿਧਾਨ ਦਾ ਬੇਸਿਕ ਸਟਰਕਚਰ ਨਹੀਂ ਹਿੱਲ ਰਿਹਾ, ਬੇਸਿਕ ਸਟਰਕਚਰ ਦਾ ਜਿਹੜਾ ਹੈਗਾ ਆਪਣਾ ਪ੍ਰਮੁੱਖ ਹੈਗਾ ਨਾ ਵੀ ਆਪਣੇ ਸੰਵਿਧਾਨ ਦਾ ਮੇਨ ਉਦੇਸ਼ ਜਿਹੜਾ ਹੈਗਾ ਸੀ ਉਹ ਨਹੀਂ, ਉਹਦੇ 'ਤੇ ਕੋਈ ਇੰਪੈਕਟ ਨਹੀਂ ਪੈ ਰਿਹਾ ਤਾਂ ਆਪਾਂ ਕੀ ਜਿਹੜਾ ਹੈਗਾ ਕੋਈ ਵੀ ਸੰਵਿਧਾਨਿਕ ਸੋਧ ਕਰ ਸਕਦੇ ਹਾਂ, ਪਰ ਉਹਦਾ ਕੀ ਸੰਵਿਧਾਨ 'ਤੇ ਕਿਸੇ ਤਰ੍ਹਾਂ ਦਾ ਇੰਪੈਕਟ ਨਹੀਂ ਪੈਣਾ ਚਾਹੀਦਾ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਤਾਂ ਆਪਣਾ ਹੁਣ ਤੱਕ ਦੇ ਵਿੱਚ ਜਦੋਂ ਵੀ ਦਾ ਆਪਣਾ ਜਿਹੜਾ ਪ੍ਰਸਤਾਵਨਾ ਬਣੀ ਹੈ, ਸੰਵਿਧਾਨ ਬਣਿਆ, ਤਾਂ ਉਦੋਂ ਤੱਕ ਜਿਹੜਾ ਹੈਗਾ 1976 ਦੇ ਵਿੱਚ 42ਵੀਂ ਸੋਧ ਦੇ ਦੌਰਾਨ ਹੀ ਸਿਰਫ ਪ੍ਰਸਤਾਵਨਾ ਨੂੰ ਚੇਂਜ ਕੀਤਾ ਗਿਆ। ਉਹ ਪ੍ਰਸਤਾਵਨਾ ਦੇ ਵਿੱਚ ਚੇਂਜ ਕੀ ਕੀਤਾ ਗਿਆ, 3 ਵਰਡਸ ਨੂੰ ਐਡ ਕੀਤਾ ਗਿਆ, ਕੁਛ ਡਿਲੀਟ ਨਹੀਂ ਕੀਤਾ ਗਿਆ, ਬਸ 3 ਵਰਡਸ ਨੂੰ ਐਡ ਕੀਤਾ ਗਿਆ, ਰਿਮੂਵ ਕੋਈ ਚੀਜ਼ ਨਹੀਂ ਕੀਤੀ। 3 ਵਰਡਸ ਕਿਹੜੇ ਨੇ, ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਤਾਂ ਆਪਾਂ ਹੁਣ ਜਿਹੜਾ ਹੈਗਾ ਆਪਣੇ ਨੈਕਸਟ ਜਿਹੜਾ ਨਿਊ ਟੌਪਿਕ ਹੈਗਾ ਉਹਦੇ ਵੱਲ ਆਪਾਂ ਵੱਧਦੇ ਹਾਂ, ਸਟਾਰਟ ਕਰਦੇ ਹਾਂ ਆਪਣਾ ਨਿਊ ਟੌਪਿਕ। ਸੋ ਆਈ ਹੋਪ ਗਾਈਜ਼ ਤੁਸੀਂ ਰੈਡੀ ਹੋ ਗਏ। ਤਾਂ ਆਪਾਂ ਕਰਦੇ ਸਟਾਰਟ ਸੇਲੀਅਨ ਫੀਚਰਸ ਆਫ ਇੰਡੀਅਨ ਕਨਸਟੀਟਿਊਸ਼ਨ ਜਾਂ ਫਿਰ ਕਨਸਟੀਟਿਊਸ਼ਨ। ਹੁਣ ਸੇਲੀਅਨ ਫੀਚਰਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਯੂਨੀਕ ਕਨਸਟੀਟਿਊਸ਼ਨ। ਆਪਣਾ ਸੰਵਿਧਾਨ ਯੂਨੀਕ ਕਿਵੇਂ ਹੈ, ਸਾਰੇ ਵਰਲਡ ਦੇ ਸਾਰੇ ਸੰਸਾਰ ਦੇ ਸੰਵਿਧਾਨ ਨਾਲੋਂ ਆਪਣਾ ਸੰਵਿਧਾਨ ਅਲੱਗ ਕਿਵੇਂ। ਤਾਂ ਸਭ ਤੋਂ ਪਹਿਲਾ ਪੁਆਇੰਟ ਕੀ ਕਹਿੰਦਾ ਆਪਣਾ ਜਿਹੜਾ ਹੈਗਾ ਯੂਨੀਕ ਕਨਸਟੀਟਿਊਸ਼ਨ ਦੇ ਵਿੱਚ, ਇੰਡੀਅਨ ਕਨਸਟੀਟਿਊਸ਼ਨ ਇਜ਼ ਅ ਯੂਨੀਕ ਇਨ ਇਟਸ ਸਪਿਰਿਟ ਐਂਡ ਕੰਟੈਂਟ। ਸੰਵਿਧਾਨ ਦੀ ਜਿਹੜੀ ਸਪਿਰਿਟ ਹੈਗੀ ਹੈ, ਜਿਹੜੇ ਸੰਵਿਧਾਨ ਦਾ ਉਦੇਸ਼ ਹੈਗਾ ਅਤੇ ਉਹਦਾ ਕੰਟੈਂਟ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਇੱਕ ਅਲੱਗ ਤਰ੍ਹਾਂ ਦਾ ਇੱਕ ਯੂਨੀਕ ਫੀਚਰ ਹੈਗਾ, ਬਾਕੀ ਜਿਹੜੇ ਸੰਸਾਰ ਦੇ ਸੰਵਿਧਾਨਾਂ ਨਾਲੋਂ ਅਲੱਗ ਹੈ, ਠੀਕ ਹੈ। ਹੁਣ ਅੱਗੇ ਗੱਲ ਕਰਦੇ ਜਿਹੜਾ ਹੈਗਾ ਸੈਕਿੰਡ ਪੁਆਇੰਟ ਹੈਗਾ, ਇਹ ਕੀ ਗੱਲ ਕਰ ਰਿਹਾ ਹੈ,
ਇਟ ਬੋਰੋਡ ਫਰੋਮ ਆਲਮੋਸਟ ਐਵਰੀ ਕੰਸਟੀਟਿਊਸ਼ਨ ਆਫ ਦਾ ਵਰਲਡ। ਇਹ ਜਿਹੜਾ ਹੈਗਾ ਆਪਣਾ ਭਾਰਤੀ ਸੰਵਿਧਾਨ ਹੈਗਾ ਇਹ ਕੀ ਹੈ ਪੂਰੇ ਸੰਸਾਰ ਦੇ ਵਿੱਚੋਂ ਹੀ ਜਿਹੜੇ ਹੈਗੇ ਜਿੰਨੇ ਵੀ ਸੰਵਿਧਾਨ ਹੈਗੇ ਨੇ ਲਗਭਗ ਸਾਰੇ ਸੰਵਿਧਾਨਾਂ ਦੇ ਵਿੱਚੋਂ ਕੋਈ ਨਾ ਕੋਈ ਜਿਹੜੇ ਹੈਗੇ ਸਾਰੇ ਸੰਵਿਧਾਨ ਮਤਲਬ ਕੀ ਹੈ ਪੂਰੇ ਵਰਲਡ ਦੇ ਵਿੱਚ ਜਿੰਨੀਆਂ ਵੀ ਕੰਟਰੀਜ਼ ਹੈਗੇ ਨੇ ਉਹਨਾਂ ਦੇ ਸੰਵਿਧਾਨ ਨੂੰ ਆਪਾਂ ਪੜ੍ਹ ਕੇ ਜੋ ਚੀਜ਼ ਆਪਾਂ ਨੂੰ ਉਹਨਾਂ ਦੀ ਵਧੀਆ ਲੱਗੀ ਆਪਣੇ ਇੰਪੋਰਟੈਂਟ ਲੱਗੀ ਆਪਣੀ ਕੰਟਰੀ ਦੇ ਵਿੱਚ ਇਨਕਲੂਡ ਕਰਨੀ ਚਾਹੀਦੀ ਉਹਨੂੰ ਕੀ ਆਪਣੇ ਸੰਵਿਧਾਨ ਦੇ ਵਿੱਚ ਐਡ ਔਨ ਕਰਨਾ ਚਾਹੀਦਾ ਉਹਨੂੰ ਜਦ ਆਪਾਂ ਕੀ ਹੈ ਇਨਵੋਲਵ ਕਰਨਾ ਚਾਹੀਦਾ ਤਾਂ ਉਹਨੂੰ ਕੀ ਆਪਾਂ ਕੀ ਸ਼ਾਮਿਲ ਕੀਤਾ ਆਪਣੇ ਸੰਵਿਧਾਨ ਦੇ ਵਿੱਚ। ਦ ਕੰਸਟੀਟਿਊਸ਼ਨ ਆਫ ਦ ਵਰਲਡ ਦ ਕੰਸਟੀਟਿਊਸ਼ਨ ਆਫ ਇੰਡੀਆ ਹੈਜ਼ ਸੈਵਰਲ ਸੇਲੀਐਂਟ ਫੀਚਰ। ਠੀਕ ਹੈ ਮਤਲਬ ਕੀ ਹੈ ਵੀ ਆਪਣੇ ਜਿਹੜੇ ਹੈਗੇ ਨੇ ਸੰਵਿਧਾਨ ਦੇ ਵਿੱਚ ਜਿਹੜੇ ਫੀਚਰਸ ਹੈਗੇ ਨੇ ਇਹਨਾਂ ਨੂੰ ਕੀ ਹੈ ਮਤਲਬ ਇਹਦੇ ਵਿੱਚ ਕੀ ਹੈ ਕੁਛ ਜਿਹੜੇ ਹੈਗੇ ਨੇ ਸੇਲੀਐਂਟ ਫੀਚਰਸ ਹੈਗੇ ਨੇ ਜਿਹੜੇ ਸਿਮਿਲਰ ਹੈਗੇ ਨੇ। ਆਈ ਹੋਪ ਗਾਈਜ਼ ਤੁਹਾਨੂੰ 2 ਪੁਆਇੰਟਸ ਦੀ ਸਮਝ ਲੱਗ ਗਈ ਹੋਏਗੀ। ਅੱਗੇ ਥਰਡ ਪੁਆਇੰਟ ਵੱਲ ਵਧਦੇ। ਥਰਡ ਪੁਆਇੰਟ ਕੀ ਕਹਿ ਰਿਹਾ ਆਪਣਾ ਆਵਰ ਕੰਸਟੀਟਿਊਸ਼ਨ ਸੇਲੀਐਂਟ ਫੀਚਰਸ ਡਿਸਟਿੰਗੁਇਸ਼ ਆਵਰ ਕੰਸਟੀਟਿਊਸ਼ਨ ਫਰੋਮ ਦ ਕੰਸਟੀਟਿਊਸ਼ਨਸ ਆਫ ਦ ਅਦਰ ਕੰਟਰੀਜ਼। ਹੁਣ ਕੀ ਆਪਣੇ ਜਿਹੜੇ ਸੇਲੀਐਂਟ ਫੀਚਰਸ ਹੈਗੇ ਨੇ ਜਿਹੜੇ ਹੈਗੇ ਨੇ ਆਪਣੇ ਸੰਵਿਧਾਨ ਦੇ ਸੇਲੀਐਂਟ ਫੀਚਰ ਹੈਗੇ ਨੇ ਜਿਹੜੇ ਪ੍ਰਮੁੱਖ ਤੱਤ ਹੈਗੇ ਨੇ ਉਹ ਕੀ ਹੈ ਬਾਕੀ ਸੰਵਿਧਾਨ ਜਿਹੜੇ ਹੈਗੇ ਨੇ ਵਰਲਡ ਦੇ ਸੰਵਿਧਾਨ ਸੰਸਾਰ ਦੇ ਸੰਵਿਧਾਨਾਂ ਨਾਲੋਂ ਅਲੱਗ ਹੈਗੇ ਨੇ ਅਲੱਗ ਬਣਾਉਂਦੇ ਨੇ। ਕਿਵੇਂ ਬਣਾਉਂਦੇ ਨੇ ਇਹ ਆਪਾਂ ਕੀ ਹੁਣ ਅੱਗੇ ਪੜ੍ਹਾਂਗੇ ਵੀ ਆਪਣਾ ਸੰਵਿਧਾਨ ਕਿਵੇਂ ਬਾਕੀ ਸੰਸਾਰ ਦੇ ਜਿਹੜੇ ਹੈਗੇ ਨੇ ਸੰਵਿਧਾਨ ਹੈਗੇ ਨੇ ਉਹਨਾਂ ਨਾਲੋਂ ਅਲੱਗ ਹੈਗਾ। ਅੱਗੇ ਨੈਕਸਟ ਪੁਆਇੰਟ ਜਿਹੜਾ ਕੀ ਗੱਲ ਕਰਦਾ ਹੈ ਇੰਡੀਅਨ ਕਨਸਟੀਟਿਊਸ਼ਨ ਹੈਜ਼ ਅੰਡਰਗੋਨ ਅ ਸਬਸਟੈਂਸ਼ੀਅਲ ਚੇਂਜ on account of several amendments, particularly 7th, 42nd, 44th, 73rd, 74th, 97th and 101st amendment। ਮਤਲਬ ਕੀ ਹੈ ਵੀ ਆਪਣੇ ਸੰਵਿਧਾਨ ਜਿਹੜਾ ਹੈਗਾ ਜਦੋਂ 1949 ਦੇ ਵਿੱਚ ਨਵੰਬਰ 1949 ਦਾ ਬਣਿਆ ਤਾਂ ਉਹ ਕੀ ਐਜ਼ ਇਟ ਇਜ਼ ਹੀ ਨਹੀਂ ਚੱਲੀ ਜਾਂਦਾ ਐਵੇਂ ਹੀ ਨਹੀਂ ਚੱਲੀ ਜਾਂਦਾ। ਇਹਦੇ ਵਿੱਚ ਅਮੈਂਡਮੈਂਟਸ ਵੀ ਕੀਤੀਆਂ ਗਈਆਂ ਇਹਦੇ ਵਿੱਚ ਸੋਧਾਂ ਵੀ ਕੀਤੀਆਂ ਗਈਆਂ ਟਾਈਮ ਦੇ ਨਾਲ ਆਪਾਂ ਕੀ ਹੈਗਾ ਇਹਦੇ ਵਿੱਚ ਕੁਛ ਚੇਂਜ ਵੀ ਲਿਆਉਂਦੇ ਨੇ। ਕਿਉਂ ਚੇਂਜ ਲਿਆਉਂਦੇ ਨੇ ਕਿਉਂਕਿ ਜਿਹੜੇ ਹੈਗੇ ਟਾਈਮ ਦੀ ਰਿਕੁਆਇਰਮੈਂਟ ਹੈਗੀ ਸੀ ਵੀ ਆਪਣੇ ਸੰਵਿਧਾਨ ਦੇ ਵਿੱਚ ਇਹ ਚੇਂਜ ਹੋਣੇ ਚਾਹੀਦੇ ਸੀ। ਜੇ ਨਹੀਂ ਹੁੰਦੇ ਸੀ ਤਾਂ ਆਪਣੇ ਕਿਤੇ ਨਾ ਕਿਤੇ ਆਪਣੇ ਜਿਹੜਾ ਹੈਗਾ ਸੰਵਿਧਾਨ ਲੈਕ ਦੇ ਵਿੱਚ ਆਉਂਦਾ ਸੀ। ਮਤਲਬ ਕੀ ਹੈ ਵੀ ਸੰਵਿਧਾਨ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਦੀ ਵੀ ਫੁਲਫਿਲ ਨਹੀਂ ਕਰਦਾ ਸੀ ਕਿਸੇ ਦੇ ਰਾਈਟਸ ਵਗੈਰਾ ਅਤੇ ਇਸ ਕਰਕੇ ਕੀ ਹੈ ਸੰਵਿਧਾਨ ਨੂੰ ਜਿਹੜਾ ਹੈਗਾ ਸੋਧਿਆ ਵੀ ਜਾ ਸਕਦਾ। ਤਾਂ ਹੁਣ ਕੀ ਆਪਾਂ ਜਿਹੜੇ ਹੈਗੇ ਸੇਲੀਐਂਟ ਫੀਚਰਸ ਬਾਰੇ ਗੱਲ ਕਰਦੇ ਹਾਂ ਆਪਣਾ ਯੂਨੀਕ ਕੰਸਟੀਟਿਊਸ਼ਨ ਹੋ ਗਿਆ। ਯੂਨੀਕ ਕੰਸਟੀਟਿਊਸ਼ਨ ਦੇ ਵਿੱਚ ਆਪਾਂ ਕੀ ਫੀਚਰਸ ਪੜ੍ਹ ਰਹੇ ਇਹ ਜਿਹੜੇ ਫੀਚਰਸ ਹੈਗੇ ਨੇ ਆਪਾਂ ਅੱਗੇ ਐਨਾਲਾਈਜ਼ ਕਰਨੇ ਨੇ ਵੀ ਕਿਵੇਂ ਜਿਹੜਾ ਹੈਗਾ ਆਪਣਾ ਸੰਵਿਧਾਨ ਅਲੱਗ ਹੈਗਾ ਦੂਸਰੇ ਜਿਹੜੇ ਹੈਗੇ ਸੰਸਾਰ ਦੇ ਸੰਵਿਧਾਨਾਂ ਨਾਲ। ਤਾਂ ਹੁਣ ਕੀ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਫੀਚਰ ਹੈਗਾ ਉਹਦੇ ਬਾਰੇ ਗੱਲ ਕਰਦੇ ਹਾਂ ਲੈਂਥੀਐਸਟ ਰਿਟਨ ਕੰਸਟੀਟਿਊਸ਼ਨ। ਸਭ ਤੋਂ ਪਹਿਲਾਂ ਜਿਹੜਾ ਆਪਾਂ ਪ੍ਰਮੁੱਖ ਤੱਤ ਪੜ੍ਹਨਾ ਆਪਣੇ ਸੰਵਿਧਾਨ ਦਾ ਉਹ ਕੀ ਹੈ ਲੈਂਥੀਐਸਟ ਰਿਟਨ ਕੰਸਟੀਟਿਊਸ਼ਨ। ਆਪਣਾ ਸੰਵਿਧਾਨ ਪੂਰੇ ਵਰਲਡ ਦੇ ਸੰਵਿਧਾਨਾਂ ਨਾਲ ਸਭ ਤੋਂ ਜਿਹੜਾ ਹੈਗਾ ਲਿਖਤੀ ਵਿੱਚ ਸਭ ਤੋਂ ਵੱਡਾ ਸੰਵਿਧਾਨ ਹੈਗਾ। Constitution of India is the lengthiest of all the written constitutions of the world। ਹੁਣ ਮਤਲਬ ਕੀ ਇੱਥੇ ਕੀ ਕਹਿ ਰਹੇ ਨੇ ਵੀ ਆਪਣਾ ਜਿਹੜਾ ਭਾਰਤ ਦਾ ਲਿਖਤੀ ਸੰਵਿਧਾਨ ਜਿਹੜਾ ਹੈਗਾ ਪੂਰੇ ਸੰਸਾਰ ਦੇ ਲਿਖਤੀ ਸੰਵਿਧਾਨਾਂ ਨਾਲ ਸਭ ਤੋਂ ਵੱਡਾ ਸੰਵਿਧਾਨ ਹੈਗਾ। ਇਟ ਇਜ਼ ਅ ਵੈਰੀ ਕੰਪ੍ਰੈਹੈਂਸਿਵ ਐਲੈਬੋਰੇਟ ਐਂਡ ਡਿਟੇਲ ਡਾਕੂਮੈਂਟ। ਇਹ ਕੀ ਕੰਪ੍ਰੈਹੈਂਸਿਵ ਤੇ ਇਲੈਬੋਰੇਟ ਮਤਲਬ ਕਿ ਪੂਰੀ ਡਿਟੇਲ ਦੇ ਵਿੱਚ ਉਹਨੂੰ ਕੀ ਹੈ ਵੀ ਇੱਕ ਕਲੋਜ਼ ਨੂੰ ਵੀ ਆਪਾਂ ਕੀ ਪੂਰੀ ਤਰ੍ਹਾਂ ਜਿਹੜਾ ਹੈਗਾ ਇੱਕ ਆਪਾਂ ਕੀ ਉਹਨੂੰ ਜਿਹੜਾ ਹੈਗਾ ਦੱਸਿਆ ਹੈ ਵੀ ਇਸ ਕਲੋਜ਼ ਦਾ ਮਤਲਬ ਕੀ ਹੈ ਇਹ ਕਿੱਥੇ ਯੂਜ਼ ਕੀਤਾ ਜਾਏਗਾ ਇਹਦਾ ਮਿਸਯੂਜ਼ ਕਿਵੇਂ ਨਹੀਂ ਕੀਤਾ ਜਾਏਗਾ। ਮਤਲਬ ਕਿ ਉਹਨੂੰ ਪੂਰੀ ਤਰ੍ਹਾਂ ਇਲੈਬੋਰੇਟ ਕੀਤਾ ਗਿਆ ਪੂਰੀ ਤਰ੍ਹਾਂ ਸਮਝਾਇਆ ਗਿਆ ਵੀ ਉਹਦਾ ਯੂਜ਼ ਕਿਵੇਂ ਕਰਨਾ। ਇੱਕ ਕੀ ਹੈਗਾ ਆਪਣਾ ਜਿਹੜਾ ਸੰਵਿਧਾਨ ਹੈਗਾ ਕਿ ਡਿਟੇਲਡ ਡਾਕੂਮੈਂਟ ਹੈਗਾ। ਸੋ ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਇਹਨਾਂ ਸਮਝ ਲੱਗ ਗਿਆ ਹੋਏਗਾ। ਹੁਣ ਜਿਹੜਾ ਇਹਦੇ ਵਿੱਚ ਫੀਚਰ ਹੈਗਾ ਓਰੀਜਨਲੀ ਦ ਕੰਸਟੀਟਿਊਸ਼ਨ ਕੰਟੇਨਡ ਅ ਪ੍ਰੀਐਮਬਲ 395 ਆਰਟੀਕਲਸ divided into 22 parts and 8 schedules। ਹੁਣ ਮਤਲਬ ਕੀ ਇੱਥੇ ਕਹਿ ਰਹੇ ਨੇ ਓਰੀਜਨਲੀ ਮਤਲਬ ਕਿ ਸ਼ੁਰੂਆਤ ਦੇ ਵਿੱਚ ਜਿਹੜਾ ਹੈਗਾ ਆਪਣੇ ਸੰਵਿਧਾਨ ਦੇ ਵਿੱਚ ਇੱਕ ਪ੍ਰਸਤਾਵਨਾ ਸੀ 395 ਆਰਟੀਕਲਸ ਹੈਗੇ ਸੀ। ਜਿਹੜੇ 395 ਆਰਟੀਕਲਸ ਹੈਗੇ ਨੇ ਉਹ 22 ਭਾਗਾਂ ਵਿੱਚ ਵੰਡੇ ਹੋਏ ਸੀ ਅਤੇ ਜਿਹੜੀ 8 ਅਨੁਸੂਚੀਆਂ ਹੈਗੀਆਂ ਸੀ। ਪਰ ਹੁਣ ਜੇ ਆਪਾਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਪ੍ਰੈਜ਼ੈਂਟ ਦੇ ਵਿੱਚ ਕੀ ਹੈ ਆਪਣੇ ਸੰਵਿਧਾਨ ਦੇ ਵਿੱਚ ਕੀ ਹੈ ਪ੍ਰੀਐਮਬਲ ਹੈਗਾ ਪ੍ਰਸਤਾਵਨਾ ਹੈਗੀ ਹੈ 448 ਆਰਟੀਕਲਸ ਹੈਗੇ ਨੇ ਅਤੇ ਇਹ ਜਿਹੜੇ 448 ਆਰਟੀਕਲਸ ਹੈਗੇ ਨੇ ਇਹਨਾਂ ਨੂੰ ਕਿ 25 ਪਾਰਟਸ ਦੇ ਵਿੱਚ 25 ਭਾਗਾਂ ਦੇ ਵਿੱਚ ਵੰਡਿਆ ਗਿਆ। ਅਤੇ ਹੁਣ ਜਿਹੜੀ ਹੈਗੀਆਂ ਨੇ ਆਪਣੇ ਸੰਵਿਧਾਨ ਦੇ ਵਿੱਚ 12 ਅਨੁਸੂਚੀਆਂ ਹੈਗੀਆਂ ਨੇ। ਪਹਿਲਾਂ ਕੀ ਸ਼ੁਰੂਆਤ ਦੇ ਵਿੱਚ ਕਿੰਨੀ ਹੈਗੀ ਸੀ 8 ਹੈਗੇ ਸੀ ਹੁਣ ਕੀ ਹੈਗੇ ਨੇ 12 ਹੈਗੇ ਨੇ ਅਤੇ ਇਹ ਜਿਹੜੇ ਹੈਗੇ ਨੇ ਚੇਂਜ ਹੋਈ ਹੈ। ਇਹਦੇ ਵਿੱਚ ਕੀ ਜਿਹੜੇ ਹੈਗੇ ਨੇ ਆਰਟੀਕਲਸ ਇਨਕਲੂਡ ਕੀਤੇ ਨੇ। ਠੀਕ ਹੈ ਇਹਨਾਂ ਦੇ ਵਿੱਚ ਆਰਟੀਕਲ ਸ਼ਾਮਿਲ ਕੀਤੇ ਗਏ ਨੇ ਅਨੁਸੂਚੀਆਂ ਵੀ ਸ਼ਾਮਿਲ ਕੀਤੀਆਂ ਨੇ 3 ਭਾਗ ਵੀ ਜਿਹੜੇ ਹੈਗੇ ਨੇ ਵਧੇ ਗਏ ਨੇ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਤਾਂ ਅੱਗੇ ਆਪਾਂ ਨੈਕਸਟ ਗੱਲ ਕਰਦੇ ਹਾਂ ਫੈਕਟਰਸ ਹੈਵ ਕੰਟਰੀਬਿਊਟਡ ਟੂ ਦ ਐਲੀਫੈਂਟਾਈਨ ਸਾਈਜ਼ ਆਫ ਆਵਰ ਕੰਸਟੀਟਿਊਸ਼ਨ। ਹੁਣ ਜਿਹੜਾ ਹੈਗਾ ਇੰਗਲਿਸ਼ ਦੇ ਵਿੱਚ ਇੱਕ ਵਰਡ ਯੂਜ਼ ਕੀਤਾ ਜਾਂਦਾ ਐਲੀਫੈਂਟਾਈਨ ਸਾਈਜ਼। ਐਲੀਫੈਂਟਾਈਨ ਸਾਈਜ਼ ਮਤਲਬ ਕਿ ਬਹੁਤ ਵੱਡਾ ਬਹੁਤ ਵਿਸ਼ਾਲ ਜਿਹੜਾ ਹੈਗਾ ਆਪਣਾ ਸੰਵਿਧਾਨ ਹੈਗਾ। ਆਪਾਂ ਦੇਖੀਗਾ ਨਾ ਜਿਹੜਾ ਹੈਗਾ ਐਲੀਫੈਂਟ
ਐਲੀਫੈਂਟ ਮਤਲਬ ਹਾਥੀ ਦਾ ਜਿਹੜਾ ਹੈਗਾ ਵਿਸ਼ਾਲ ਸਰੀਰ ਹੁੰਦਾ, ਠੀਕ ਹੈ। ਐਵੇਂ ਹੀ ਕਿ ਆਪਣਾ ਜਿਹੜਾ ਹੈਗਾ ਆਪਣੇ ਸੰਵਿਧਾਨ ਦਾ ਇੱਕ ਐਲੀਮੈਂਟ ਹੈਗਾ, ਕੀ ਹੈਗਾ, ਐਲੀਫੈਂਟਾਈਨ ਸਾਈਜ਼ ਆਫ ਆਵਰ ਕਨਸਟੀਟਿਊਸ਼ਨ। ਤਾਂ ਹੁਣ ਇਹ ਕਿਵੇਂ ਹੈਗਾ, ਇਹਦੇ ਬਾਰੇ ਆਪਾਂ ਪੜ੍ਹਦੇ ਹੈਗੇ ਵੀ ਇਹ ਕਾਰਨ ਕੀ ਹੈਗਾ ਇੰਨਾ ਵੱਡਾ ਹੋਣ ਦਾ। ਜਿਓਗ੍ਰਾਫੀਕਲ ਫੈਕਟਰ ਜਿਹੜਾ ਹੈਗਾ ਉਹ ਕੀ ਗੱਲ ਕਰਦਾ ਹੈ, ਜਿਓਗ੍ਰਾਫੀਕਲ ਫੈਕਟਰਸ ਦੈਟ ਇਜ਼ ਦ ਵਾਸਟਨੈਸ ਆਫ ਆਵਰ ਕੰਟਰੀ ਐਂਡ ਇਟਸ ਡਾਈਵਰਸਿਟੀ। ਮਤਲਬ ਕਿ ਜਿਹੜਾ ਆਪਣਾ ਸੰਵਿਧਾਨ ਹੈਗਾ, ਸੰਵਿਧਾਨ ਦੇ ਵਿੱਚ ਜਿਓਗ੍ਰਾਫੀ ਇੱਕ ਮਹੱਤਵਪੂਰਨ ਜਿਹੜਾ ਹੈਗਾ ਰੋਲ ਅਦਾ ਕਰਦੀ, ਵੱਡਾ ਵਿਸ਼ਾਲ ਸੰਵਿਧਾਨ ਉਹਦੇ ਵਿੱਚ। ਕਿਵੇਂ, ਹੁਣ ਉੱਥੇ ਕੀ ਗੱਲ ਕਰ ਰਹੇ ਨੇ ਵੀ ਜਿਹੜਾ ਆਪਣਾ ਸੰਵਿਧਾਨ ਇੱਕ ਤਾਂ ਜਿਹੜਾ ਹੈਗਾ ਵੀ ਪੂਰੇ ਵਰਲਡ ਦੇ ਸੰਵਿਧਾਨ ਤੋਂ ਅਡੋਪਟ ਕੀਤਾ, ਠੀਕ ਹੈ। ਹੁਣ ਜਿਹੜਾ ਜਿਵੇਂ ਕਿ ਆਪਣੇ ਸੰਵਿਧਾਨ ਦੇ ਵਿੱਚ ਕਈ ਫੀਚਰਸ ਹੈਗੇ ਨੇ, ਇੱਕ ਇਹਨੂੰ ਡਿਨੋਟ ਕਰਦੇ ਨੇ ਡਾਇਵਰਸਿਟੀ ਨੂੰ। ਆਪਣੇ ਦੇਸ਼ ਦੇ ਵਿੱਚ ਇੰਨੀ ਕੁ ਡਾਇਵਰਸਿਟੀ ਨੂੰ ਆਪਾਂ ਪੰਜਾਬੀ 'ਚ ਵਿਭਿੰਨਤਾ ਕਹਿ ਦਈਗਾ, ਵੱਖਰਤਾ ਹੋਣੀ, ਠੀਕ ਹੈ। ਵੱਖ-ਵੱਖ ਆਪਣੇ ਦੇਸ਼ ਦੇ ਵਿੱਚ ਜਿਹੜੇ ਹੈਗੇ ਨੇ ਧਰਮ ਹੈਗੇ ਨੇ, ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਨੇ, ਤਾਂ ਉਹਨਾਂ ਸਾਰਿਆਂ ਨੂੰ ਮੱਦੇ ਨਜ਼ਰ ਰੱਖਦੇ ਕਿ ਆਪਣਾ ਜਿਹੜਾ ਹੈਗਾ ਸੰਵਿਧਾਨ ਬਣਾਇਆ ਗਿਆ। ਸੈਕਿੰਡ ਫੈਕਟਰ ਕੀ ਹੈਗਾ, ਹਿਸਟੋਰੀਕਲ ਫੈਕਟਰ ਕੀ ਹੈਗਾ, ਦੈਟ ਇਜ਼ the influence of the government of India Act 1935 which was bulky। ਹੁਣ ਜਿਹੜਾ ਇਨਫਲੂਐਂਸ ਹਿਸਟੋਰੀਕਲ ਫੈਕਟਰ ਦੇ ਵਿੱਚ ਜਿਹੜਾ ਗਵਰਨਮੈਂਟ ਆਫ ਇੰਡੀਆ 1935 ਵਾਲਾ ਜਿਹੜਾ ਹੈਗਾ ਸੀ ਨਾ, ਸਭ ਤੋਂ ਜ਼ਿਆਦਾ ਐਲੀਮੈਂਟਸ ਉਹਦੇ ਵਿੱਚੋਂ ਇਨਕਲੂਡ ਕੀਤੇ ਗਏ ਨੇ, ਅਤੇ ਉਹ ਜਿਹੜਾ ਹੈਗਾ ਸਭ ਤੋਂ ਵੱਡਾ ਡਾਕੂਮੈਂਟ ਹੈਗਾ ਸੀ ਅੱਜ ਤੱਕ। ਹੁਣ ਜਿਹੜਾ ਥਰਡ ਇੰਪੋਰਟੈਂਟ ਫੈਕਟਰ ਹੈਗਾ, ਸਿੰਗਲ ਕਨਸਟੀਟਿਊਸ਼ਨ ਫॉर ਬੋਥ ਸੈਂਟਰ ਐਂਡ ਸਟੇਟ। ਆਪਣੇ ਸੰਵਿਧਾਨ ਜਿਹੜਾ ਹੈਗਾ ਆਪਣੇ ਦੇਸ਼ ਦੀ ਜਿਹੜੀ ਪੂਰੀ ਦੇਸ਼ ਦੀ ਸਰਕਾਰ ਅਤੇ ਆਪਣੇ ਸਟੇਟ ਸਰਕਾਰਾਂ ਨੂੰ ਜਿਹੜਾ ਹੈਗਾ ਗਵਰਨ ਕਰਦਾ, ਉਹਨਾਂ ਨੂੰ ਚਲਾਉਂਦਾ, ਠੀਕ ਹੈ। ਮਤਲਬ ਕੀ ਹੋ ਗਿਆ ਵੀ ਜਿਹੜਾ ਆਪਣੇ ਪੂਰੇ ਸੰਵਿਧਾਨ, ਆਪਣੇ ਪੂਰੇ ਦੇਸ਼ ਦਾ ਜਿਹੜਾ ਹੈਗਾ ਸੰਵਿਧਾਨ ਇੱਕੋ ਹੀ ਹੈ, ਨਾ ਕਿ ਇਹ ਹੈਗਾ ਵੀ ਆਪਣੇ ਸੈਂਟਰ ਦੇ ਵਿੱਚ ਅਲੱਗ ਸੰਵਿਧਾਨ ਹੈਗਾ ਅਤੇ ਸਟੇਟਸ ਜਿਹੜੇ ਹੈਗੇ ਨੇ ਉਹਨਾਂ ਦਾ ਅਲੱਗ ਸੰਵਿਧਾਨ ਹੈ। ਪੂਰੇ ਦੇਸ਼ ਨੂੰ ਕੀ ਆਪਣਾ ਭਾਰਤੀ ਸੰਵਿਧਾਨ ਹੀ ਕੀ ਜਿਹੜਾ ਹੈਗਾ ਗਵਰਨ ਕਰਦਾ, ਉਹਨਾਂ ਨੂੰ ਕੀ ਚਲਾਉਂਦਾ। ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ ਵੀ ਫਸਟ ਫੀਚਰਸ ਜਿਹੜਾ ਹੈਗਾ, ਫਸਟ ਸੇਲੀਅੰਟ ਫੀਚਰ ਸਮਝ ਲੱਗ ਗਿਆ ਹੋਏਗਾ ਵੀ ਕੀ ਆਪਣਾ ਲੈਂਥੀਅਸ ਰਿਟਨ ਕਨਸਟੀਟਿਊਸ਼ਨ ਹੈਗਾ ਅਤੇ ਕਿਵੇਂ ਹੈਗਾ, ਇਹ ਵੀ ਆਪਾਂ ਦੱਸਦਾ। ਸਭ ਤੋਂ ਪਹਿਲਾਂ ਕੀ ਹੈਗਾ ਸੀ, ਆਰਟੀਕਲਸ ਹੈਗੇ ਸੀ, ਆਰਟੀਕਲਸ ਕਿੰਨੇ ਹੈਗੇ ਸੀ, ਫਿਰ ਕਿੰਨੇ ਹੋ ਗਏ, ਠੀਕ ਹੈ। ਸਾਰਾ ਕੁਝ ਆਪਾਂ ਗੱਲ ਕਰ ਲਈਏ। ਅਤੇ ਇੱਕ ਹੋਰ ਗੱਲ ਕੀਤੀ, ਆਪਾਂ ਫੈਕਟਰਸ ਕੀਤੇ ਨੇ। ਫੈਕਟਰਸ ਦਾ ਮਤਲਬ ਕੀ ਹੋ ਗਿਆ ਵੀ ਆਪਾਂ ਇੱਕ ਕਾਰਨ ਜਾਣਿਆ ਵੀ ਆਪਣਾ ਇੰਨਾ ਵੱਡਾ ਸੰਵਿਧਾਨ ਕਿਉਂ ਹੈ। ਤਾਂ 3 ਫੈਕਟਰ ਆਪਾਂ ਦੱਸੇ ਨੇ, ਮੇਜਰ ਜਿਹੜੇ ਇੰਪੋਰਟੈਂਟ ਫੈਕਟਰਸ ਹੈਗੇ ਸੀ ਉਹ 3 ਹੀ ਹੈਗੇ ਸੀ, ਅਤੇ ਆਪਾਂ 3 ਜਿਹੜੇ ਫੈਕਟਰ ਦੱਸਦੇ ਨੇ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਫਸਟ ਫੀਚਰ ਸਮਝ ਲੱਗ ਗਿਆ ਹੋਏਗਾ। ਸੈਕਿੰਡ ਫੀਚਰ 'ਤੇ ਆਪਾਂ ਚੱਲਦੇ ਹਾਂ। ਸੈਕਿੰਡ ਫੀਚਰ ਡਰੋਨ ਫਰੋਮ ਵੇਰੀਅਸ ਸੋਰਸਿਸ। ਆਪਾਂ ਨੂੰ ਵੀ ਪਤਾ ਜਿਹੜਾ ਹੈਗਾ ਆਪਣਾ ਸੰਵਿਧਾਨ ਜਿਹੜਾ ਹੈਗਾ ਨਾ, ਆਪਣਾ ਸੰਵਿਧਾਨ ਕਈ ਜਿਹੜੇ ਹੈਗੇ ਨੇ ਦੇਸ਼ਾਂ ਤੋਂ ਆਪਾਂ ਕੀ ਅਡੋਪਟ ਕੀਤਾ, ਮਤਲਬ ਕਿ ਉਹਦੇ ਜਿਹੜੇ ਹੈਗੇ ਨੇ ਸੋਰਸ ਜਿਹੜੇ ਹੈਗੇ ਨੇ ਜ਼ਿਆਦਾ ਹੈਗੇ ਨੇ, ਅਲੱਗ-ਅਲੱਗ ਸੋਰਸਿਸ ਤੋਂ ਆਪਾਂ ਕੀ ਜਿਹੜਾ ਹੈਗਾ ਆਪਣਾ ਸੰਵਿਧਾਨ ਇਕੱਠਾ ਕੀਤਾ। ਇਹ ਤਾਂ ਹੈ ਨਹੀਂ ਵੀ ਆਪਾਂ ਇੱਕ ਤਾਂ ਠੀਕ ਹੈ ਚਲੋ ਗਵਰਨਮੈਂਟ ਆਫ ਇੰਡੀਆ 1935 ਤੋਂ ਆਪਾਂ ਜ਼ਿਆਦਾ ਪੋਰਸ਼ਨ ਲਿਆ, ਬਟ ਫਿਰ ਵੀ ਕੁਝ ਪੋਰਸ਼ਨ ਜਿਹੜਾ ਹੈਗਾ ਆਪਾਂ ਕੀ ਅਲੱਗ-ਅਲੱਗ ਕੰਟਰੀਜ਼ ਤੋਂ ਲਿਆ, ਜਿਵੇਂ ਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਉਹ ਕੀ ਆਪਾਂ ਆਇਰਲੈਂਡ ਤੋਂ ਲਏ ਨੇ। ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਨੇ ਉਹ ਆਪਾਂ ਅਮਰੀਕਾ ਤੋਂ ਲਏ ਨੇ। ਫੰਡਾਮੈਂਟਲ ਡਿਊਟੀਜ਼ ਜਿਹੜੇ ਹੈਗੇ ਨੇ ਉਹ ਆਪਾਂ ਕੀ ਹੈ ਰਸ਼ੀਆ ਤੋਂ ਲਈਆਂ ਨੇ। ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। The Constitution of India has borrowed most of its provisions from the Constitution of various other countries as well as from the Government of India Act 1935। ਇਹੀ ਗੱਲ ਆਪਾਂ ਕਰ ਰਹੇ ਹਾਂ ਵੀ ਆਪਣਾ ਕੀ ਹੈ ਭਾਰਤੀ ਸੰਵਿਧਾਨ ਨੇ ਜਿਹੜੇ ਹੈਗੇ ਨੇ ਜਿਹੜਾ ਬਣਿਆ ਹੈ ਇਹ ਕੀ ਇਹਨਾਂ ਨੇ ਕੀ ਕਈ ਚੀਜ਼ਾਂ ਤੋਂ ਬੋਰੋ ਕੀਤਾ ਕਿਵੇਂ ਅਲੱਗ-ਅਲੱਗ ਕੰਟਰੀਜ਼ ਸੀ, ਜਿਵੇਂ ਕਿ ਹੁਣ ਆਪਾਂ ਗੱਲ ਕੀਤੀ ਹੈ ਵੀ ਜਿਨ੍ਹਾਂ ਨੇ ਆਪਣਾ ਕੀ ਲੀਗਲ ਐਡਵਾਈਜ਼ਰ ਹੈਗੇ ਸੀ ਜਾਂ ਫਿਰ ਜਿਹੜੀ ਕਮੇਟੀਜ਼ ਹੈਗੀਆਂ ਸੀ ਉਹਨਾਂ ਨੇ ਕੀ ਅਲੱਗ-ਅਲੱਗ ਦੇਸ਼ਾਂ ਦੇ ਸੰਵਿਧਾਨ ਨੂੰ ਪੜ੍ਹਿਆ। ਲਗਭਗ 60 ਦੇਸ਼ਾਂ ਦੇ ਸੰਵਿਧਾਨ ਨੂੰ ਆਪਾਂ ਕੀ ਸੰਵਿਧਾਨਾਂ ਦੇ ਵਿੱਚੋਂ ਆਪਾਂ ਆਪ ਦਾ ਸੰਵਿਧਾਨ ਜਿਹੜਾ ਹੈਗਾ ਉਹਨਾਂ ਤੋਂ ਲੈ ਕੇ ਜਿਹੜਾ ਹੈਗਾ ਆਪਣੇ ਸੰਵਿਧਾਨ ਦੇ ਵਿੱਚ ਇਨਕਲੂਡ ਕੀਤੇ ਨੇ ਫੀਚਰਸ। ਹੁਣ ਜਿਵੇਂ ਕੀ ਹੈਗਾ ਮਤਲਬ ਇਹਦੇ ਵਿੱਚ ਹੁਣ ਕੀ ਗੱਲ ਕਰਦੇ ਪਏ ਨੇ ਵੀ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਕਈ ਪ੍ਰੋਵੀਜ਼ਨ ਲਈਆਂ ਨੇ, ਅਲੱਗ-ਅਲੱਗ ਕੰਟਰੀਜ਼ ਤੋਂ ਵੀ ਪ੍ਰੋਵੀਜ਼ਨਸ ਆਪਾਂ ਲਈਆਂ ਨੇ। ਹੁਣ ਕਿਹੜੀਆਂ ਲਈਆਂ ਨੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਡਾਕਟਰ BR ਅੰਬੇਦਕਰ ਪ੍ਰਾਊਡਲੀ ਅਕਲੇਮਡ ਦੈਟ ਵੀ ਫਰੇਮਡ ਆਵਰ ਕਨਸਟੀਟਿਊਸ਼ਨ ਆਫਟਰ ਰੈਂਸੈਕਿੰਗ ਆਲ ਦ ਨੋਨ ਕਨਸਟੀਟਿਊਸ਼ਨਸ ਆਫ ਦ ਵਰਲਡ। ਹੁਣ ਮਤਲਬ ਕਿ ਡਾਕਟਰ BR ਅੰਬੇਦਕਰ ਭੀਮ ਰਾਓ ਅੰਬੇਦਕਰ ਜੀ ਨੇ ਇਹ ਗੱਲ ਕੀਤੀ ਵੀ ਉਹ ਕੀ ਉਹਨਾਂ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜਾ ਹੈਗਾ ਅਸੀਂ ਇਹਦਾ ਸੰਵਿਧਾਨ ਬਣਾਇਆ, ਉਹ ਸੰਵਿਧਾਨ ਬਣਾਇਆ ਪੂਰੇ ਵਰਲਡ ਦੇ ਲਗਭਗ ਪੂਰੇ ਆਪਣੇ ਸੰਸਾਰ ਦੇ ਪੂਰੇ ਰਿਟਨ ਵਰਡ ਜਿਹੜੇ ਕਨਸਟੀਟਿਊਸ਼ਨਸ ਨੂੰ ਕੀ ਹੈ ਪੜ੍ਹ ਕੇ ਕਿਹਾ ਸੀ ਆਪਦਾ ਜਿਹੜਾ ਹੈਗਾ ਸੰਵਿਧਾਨ ਬਣਾਇਆ। ਅੱਗੇ ਆਪਾਂ ਗੱਲ ਕਰਦੇ ਵੀ ਕਿਹੜੇ ਸੋਰਸਿਸ ਤੋਂ ਆਪਾਂ ਜਿਹੜਾ ਹੈਗਾ ਆਪਣਾ ਸੰਵਿਧਾਨ ਬੋਰੋ ਕੀਤਾ। ਸੋਰਸਿਸ ਤਾਂ ਸੋਰਸਿਸ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਦ ਸਟਰਕਚਰਲ ਪਾਰਟ ਆਫ ਦ ਕਨਸਟੀਟਿਊਸ਼ਨ ਇਜ਼ ਲਾਰਜਲੀ ਐਕਸਟੈਂਟ ਡਿਰਾਈਵਡ ਫਰੋਮ ਦ ਗਵਰਨਮੈਂਟ ਆਫ ਇੰਡੀਆ ਐਕਟ 1935। ਸਟਰਕਚਰਲ ਪਾਰਟ ਉਹ ਪਾਰਟ ਹੈਗਾ ਜਿਹਦੇ ਵਿੱਚ ਆਪਾਂ ਕੀ ਇਹ ਸਟਰਕਚਰ ਨੂੰ ਧਿਆਨ ਦੇ ਵਿੱਚ ਰੱਖਿਆ।
ਵੀ ਕੀ ਸਟਰਕਚਰ ਹੋਣਾ ਚਾਹੀਦਾ ਆਪਣੇ ਸੰਵਿਧਾਨ ਦੇ ਵਿੱਚ, ਆਪਣੇ ਜਿਹੜੇ ਹੈਗੇ ਨੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਸਟਰਕਚਰ ਹੋਣਾ ਚਾਹੀਦਾ ਹੈ। ਮਤਲਬ ਜਿਵੇਂ PM ਪ੍ਰਾਈਮ ਮਿਨਿਸਟਰ, ਇਹ ਸਾਰਾ ਕੁਛ ਕੀ ਇਹਨਾਂ ਦੇ ਵਿੱਚ ਦਿੱਤਾ ਗਿਆ। ਇਹ ਸਟਰਕਚਰਲ ਪਾਰਟ ਆਪਾਂ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਹੀ ਲਿਆ, ਗਵਰਨਰ ਦੀ ਪੋਸਟ ਐਟਸੈਕਟਰਾ ਐਟਸੈਕਟਰਾ। ਅੱਗੇ ਗੱਲ ਕਰਦੇ ਸੈਕਿੰਡ ਜਿਹੜਾ ਹੈਗਾ ਦ ਫਿਲੋਸਫਿਕਲ ਪਾਰਟ ਆਫ ਦ ਕੰਸਟੀਟਿਊਸ਼ਨ ਲਾਈਕ ਫੰਡਾਮੈਂਟਲ ਰਾਈਟਸ ਐਂਡ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਡਰਾਈਵ ਫਰੋਮ ਦ ਇੰਸਪੀਰੇਸ਼ਨ ਫਰੋਮ ਦ ਅਮੈਰੀਕਨ ਐਂਡ ਦ ਆਇਰਿਸ਼ ਕੰਸਟੀਟਿਊਸ਼ਨਸ ਰਿਸਪੈਕਟਿਵਲੀ। ਹੁਣ ਮਤਲਬ ਕਿ ਇਹ ਤਾਂ ਕਹਿ ਰਹੇ ਨੇ ਫਿਲੋਸਫਿਕਲ ਪਾਰਟ, ਫਿਲੋਸਫੀ ਦੇ ਵਿੱਚ ਕੀ ਆਉਂਦਾ, ਮਤਲਬ ਆਪਾਂ ਗੱਲ ਕਰੀਏ ਵੀ ਆਪਣੇ ਦੇਸ਼ ਦੇ ਨਾਗਰਿਕਾਂ ਲਈ ਕੀ ਕਰਤੱਵ ਬਣਦੇ ਨੇ, ਉਹਨਾਂ ਦੇ ਕੀ ਉਹਨਾਂ ਦੇ ਵਾਸਤੇ ਆਪਾਂ ਜਿਹੜੇ ਹੈਗੇ ਉਹਨਾਂ ਨੂੰ ਅਧਿਕਾਰ ਦਿੱਤੇ ਨੇ ਵੀ ਉਹ ਆਦੇ ਅਧਿਕਾਰ ਖੇਤਰ ਦੇ ਵਿੱਚ ਜਿਹੜੇ ਹੈਗੇ ਇਸ ਤਰ੍ਹਾਂ ਦੇ ਮਤਲਬ ਕੀ ਹੈ ਕੋਈ ਵੀ ਆਦੇ ਅਧਿਕਾਰ ਖੇਤਰ ਦੇ ਵਿੱਚ ਕੋਈ ਵੀ ਕੰਮ ਕਰ ਸਕਦਾ ਹੈ। ਰੋਟੀ ਖਾਣ ਦਾ ਅਧਿਕਾਰ ਹੈ, ਜੀਣ ਦਾ ਅਧਿਕਾਰ ਹੈ, ਸੌਣ ਦਾ ਅਧਿਕਾਰ ਹੈ, ਪੜ੍ਹਨ ਦਾ ਅਧਿਕਾਰ ਹੈ ਐਟਸੈਕਟਰਾ ਆਦਿ। ਠੀਕ ਹੈ। ਹੁਣ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਕੀ ਹੈ, ਆਪਣੇ ਕੀ ਇੱਕ ਨਿਰਦੇਸ਼ ਹੈਗੇ ਨੇ ਆਪਣੇ ਦੇਸ਼ ਦੇ ਵਿੱਚ ਜੋ ਵੀ ਕਾਨੂੰਨ ਬਣਦੇ ਨੇ ਤਾਂ ਉਹਨਾਂ ਨੂੰ ਨਿਰਦੇਸ਼ ਦੇਣ ਵਾਲੇ ਜਿਹੜੇ ਹੈਗੇ ਨੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਨੇ। ਹੁਣ ਜਿਹੜੇ ਆਪਾਂ ਫੰਡਾਮੈਂਟਲ ਰਾਈਟਸ ਜਿਹੜੇ ਅਡੋਪਟ ਕੀਤੇ ਨੇ ਉਹ ਕੀਤੇ ਨੇ ਆਪਾਂ ਅਮਰੀਕਾ ਤੋਂ, ਅਤੇ ਜਿਹੜੇ ਆਪਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਜਿਹੜੇ ਹੈਗੇ ਨਾ ਉਹ ਜਿਹੜੇ ਹੈਗੇ ਨੇ ਆਪਣੇ ਸੰਵਿਧਾਨ ਦੇ ਜਿਹੜੇ ਨਿਰਦੇਸ਼ਕ ਸਿਧਾਂਤ ਹੈਗੇ ਨਾ ਉਹ ਕੀ ਆਪਾਂ ਜਿਹੜੇ ਹੈਗਾ ਆਇਰਲੈਂਡ ਤੋਂ ਜਿਹੜੇ ਅਡੋਪਟ ਕੀਤੇ ਨੇ। ਆਈ ਹੋਪ ਗਾਈਜ਼ ਤੁਹਾਨੂੰ ਇਹ ਜਿਹੜੇ ਫੀਚਰ ਸਮਝ ਲੱਗ ਗਏ ਸੋਰਸ। ਅੱਗੇ ਗੱਲ ਕਰਦੇ ਦਾ ਪੋਲੀਟੀਕਲ ਪਾਰਟ ਆਫ ਦ ਕੰਸਟੀਟਿਊਸ਼ਨ ਲਾਈਕ ਦ ਪ੍ਰਿੰਸੀਪਲ ਆਫ ਕੈਬਨਿਟ ਸੈਕਟਰੀ ਗਵਰਨਮੈਂਟ ਐਂਡ ਦ ਰਿਲੇਸ਼ਨਸ ਬਿਟਵੀਨ ਦ ਐਗਜ਼ੈਕਟਿਵ ਐਂਡ ਦ ਲੈਜਿਸਲੇਚਰ ਹੈਵ ਬੀਨ ਲਾਰਜਲੀ ਡਰੋਨ ਫਰੋਮ ਦ ਬ੍ਰਿਟਿਸ਼ ਕੌਨਸਟੀਟਿਊਸ਼ਨ। ਹੁਣ ਇਹਦੇ ਵਿੱਚ ਕੀ ਗੱਲ ਕਰ ਰਹੇ ਨੇ ਪੋਲੀਟੀਕਲ ਪਾਰਟ, ਪੋਲੀਟੀਕਲ ਪਾਰਟ ਦੇ ਵਿੱਚ ਆ ਜਾਂਦਾ ਵੀ ਪ੍ਰਿੰਸੀਪਲ ਆਫ ਕੈਬਨਿਟ ਸੈਕਟਰੀ, ਕੈਬਨਿਟ ਗਵਰਨਮੈਂਟ ਆਪਣੇ ਜਿਹੜੇ ਕੈਬਨਿਟ ਗਵਰਨਮੈਂਟ ਬਣਦੀ ਹੈ। ਕੈਬਨਿਟ ਗਵਰਨਮੈਂਟ ਦੇ ਵਿੱਚ ਕੀ ਹੁੰਦਾ ਹੈ ਸਰਕਾਰ ਬਣਦੀ ਹੈ, ਸਰਕਾਰ ਦੇ ਵਿੱਚੋਂ ਹੀ ਜਿਹੜੀ ਹੈਗੀ ਕੈਬਨਿਟ ਬਣਦੀ ਹੈ। ਕੈਬਨਿਟ ਦੇ ਵਿੱਚ ਪ੍ਰਾਈਮ ਮਿਨਿਸਟਰ ਅਤੇ ਉਹਨਾਂ ਦੇ ਜਿਹੜੇ ਹੈਗਾ ਮੰਤਰੀ ਮੰਡਲ ਹੁੰਦਾ ਜਿਹਦੇ ਵਿੱਚ ਕੀ ਹੈਗਾ ਉਹ ਮੇਜਰ ਫੈਸਲੇ ਉਹ ਲੈਂਦੇ ਨੇ। ਫਿਰ ਕੀ ਹੈ ਜਿਹੜੇ ਕਿ ਸਾਰੇ ਜਿਹੜੇ ਹੈਗੇ ਆਪਣੇ ਸਾਰੇ ਗਵਰਨਮੈਂਟ ਦੇ ਵਿੱਚ ਉਹਨਾਂ ਨੂੰ ਕੀ ਜਿਹੜੇ ਹੈਗਾ ਇੰਪਲੀਮੈਂਟ ਕਰਦੇ ਨੇ, ਉਹ ਕੀ ਬਿੱਲ ਲੈ ਕੇ ਆਉਂਦੇ ਨੇ, ਬਿੱਲ ਪਾਸ ਹੋਣਗੇ, ਕਾਨੂੰਨ ਬਣੇਗਾ ਅਤੇ ਫਿਰ ਪੂਰੇ ਦੇਸ਼ ਦੇ ਵਿੱਚ ਕੀ ਲਾਗੂ ਕੀਤੇ ਜਾਂਦੇ। ਹੁਣ ਕੀ ਇਹਨਾਂ ਦੇ ਵਿੱਚ ਇਹ ਗੱਲ ਅਤੇ ਜਿਹੜੇ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ, ਠੀਕ ਹੈ, ਕਾਰਜਪਾਲਿਕਾ ਵਿਧਾਨ ਪਾਲਿਕਾ ਦੋ ਜਿਹੜੇ ਹੈਗੇ ਨੇ ਅਲੱਗ ਅਲੱਗ ਬੋਡੀਜ਼ ਹੈਗੇ ਨੇ। ਹੁਣ ਇਹਨਾਂ ਦੋਵਾਂ ਦੇ ਵਿੱਚ ਜਿਹੜੇ ਹੈਗਾ ਲਿੰਕ ਕੀ ਹੈਗੇ ਨੇ, ਕੀ ਰਿਲੇਸ਼ਨਸ ਹੈਗੇ ਨੇ ਇਹਦੇ ਵਿੱਚ, ਇਹ ਸਾਰਾ ਕੁਛ ਕੀ ਆਪਾਂ ਡਰੋਨ ਕਿੱਥੇ ਕੀਤਾ, ਆਪਾਂ ਕਿੱਥੋਂ ਲੈ ਕੇ ਆਂਦਾ ਇਹ ਬ੍ਰਿਟਿਸ਼, ਠੀਕ ਹੈ, ਬ੍ਰਿਟੇਨ ਤੋਂ ਆਪਾਂ ਸਾਰਾ ਕੁਛ ਜਿਹੜਾ ਹੈਗਾ ਇਹ ਲੈ ਕੇ ਆਂਦੇ, ਬ੍ਰਿਟੇਨ ਦੇ ਸੰਵਿਧਾਨ ਤੋਂ ਆਪਾਂ ਇਹ ਸਾਰਾ ਕੁਛ ਬੋਰੋ ਕੀਤਾ। ਆਈ ਹੋਪ ਗਾਈਜ਼ ਤੁਹਾਨੂੰ ਇਹ ਪੁਆਇੰਟ ਸਮਝ ਲੱਗ ਗਿਆ ਹੋਏਗਾ। ਨੈਕਸਟ ਗੱਲ ਕਰਦੇ ਹਾਂ, ਨੈਕਸਟ ਇੰਪੋਰਟੈਂਟ ਪੁਆਇੰਟ ਜਿਹੜਾ ਹੈਗਾ ਦ ਅਦਰ ਪ੍ਰੋਵੀਜ਼ਨਸ ਆਫ ਦ ਕੰਸਟੀਟਿਊਸ਼ਨ ਹੈਵ ਬੀਨ ਡਰੋਨ ਫਰੋਮ ਕੰਸਟੀਟਿਊਸ਼ਨਸ ਆਫ ਕੈਨੇਡਾ, ਆਸਟ੍ਰੇਲੀਆ, ਜਰਮਨੀ, USSR ਦਾ ਮਤਲਬ ਇੱਥੇ ਰਸ਼ੀਆ ਹੈਗਾ, ਠੀਕ ਹੈ, ਪਹਿਲਾਂ USSR ਕਿਹਾ ਜਾਂਦਾ ਸੀ, ਹੁਣ ਰਸ਼ੀਆ ਹੈਗਾ, ਫਰਾਂਸ, ਸਾਊਥ ਅਫਰੀਕਾ, ਜਾਪਾਨ ਐਟਸੈਕਟਰਾ। ਹੁਣ ਮਤਲਬ ਕਿ ਜਿਹੜੀ ਬਾਕੀ ਜਿਹੜੇ ਫੀਚਰਸ ਰਹਿ ਗਏ ਨਾ, ਬਾਕੀ ਮਤਲਬ ਕਿ ਆਪਾਂ ਕਈ ਗੱਲ ਕਰੀ ਜਿਵੇਂ ਕਿ ਫੰਡਾਮੈਂਟਲ ਡਿਊਟੀਜ਼ ਹੋ ਗਈਆਂ ਉਹ ਕੀ ਰਸ਼ੀਆ ਤੋਂ ਲਈਆਂ ਨੇ, ਠੀਕ ਹੈ। ਆਇਰਲੈਂਡ ਤੋਂ ਆਪਾਂ ਇੱਕ ਹੋਰ ਗੱਲ ਇਹ ਹੈ ਵੀ ਆਪਾਂ ਕੀ ਹੈ ਇਲੈਕਸ਼ਨਸ ਆਫ ਪ੍ਰੈਜ਼ੀਡੈਂਟ, ਇਹ ਆਪਾਂ ਕੀ ਆਇਰਲੈਂਡ ਤੋਂ ਬੋਰੋ ਕੀਤਾ ਹੈ। ਇਹ ਸਾਰਾ ਕੁਛ ਕੀ ਅਲੱਗ ਅਲੱਗ ਕੰਟਰੀਜ਼ ਤੋਂ ਆਪਾਂ ਬੋਰੋ ਕੀਤਾ ਤਾਂ ਉਹਨਾਂ ਬਾਰੇ ਆਪਾਂ ਗੱਲ ਕਰ ਦਿੱਤੀ, ਇਹ ਆਪਾਂ ਦੱਸ ਦਿੱਤਾ ਹੈ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਤਾਂ ਆਈ ਹੋਪ ਗਾਈਜ਼ ਤੁਹਾਨੂੰ ਹੁਣ ਜਿਹੜਾ ਹੈਗਾ ਸੈਕਿੰਡ ਪੁਆਇੰਟ ਜਿਹਦੇ ਬਾਰੇ ਆਪਾਂ ਗੱਲ ਕਰ ਲਈ ਹੈ, ਮਤਲਬ ਕਿ ਇਹ ਵੇਰੀਅਸ ਸੋਰਸਿਸ ਕਿਹੜੇ ਸੋਰਸਿਸ ਤੋਂ ਆਪਾਂ ਕੀ ਜਿਹੜਾ ਹੈਗਾ ਅਲੱਗ ਅਲੱਗ ਕੰਟਰੀਜ਼ ਦੇ ਸੋਰਸਿਸ ਤੋਂ ਆਪਾਂ ਕੀ ਜਿਹੜਾ ਹੈਗਾ ਆਪਾਂ ਸੰਵਿਧਾਨ ਬਣਾਇਆ, ਉਹਦੇ ਬਾਰੇ ਤੁਹਾਨੂੰ ਸਮਝ ਲੱਗ ਹੀ ਗਈ ਹੋਊਗੀ। ਅੱਗੇ ਜਿਹੜਾ ਹੈਗਾ ਆਪਾਂ ਥਰਡ ਜਿਹੜਾ ਹੈਗਾ ਇੰਪੋਰਟੈਂਟ ਫੀਚਰ ਬਾਰੇ ਆਪਾਂ ਗੱਲ ਕਰਦੇ ਹਾਂ। ਥਰਡ ਇੰਪੋਰਟੈਂਟ ਫੀਚਰ ਜਿਹੜਾ ਹੈਗਾ ਉਹ ਕੀ ਹੈਗਾ ਬਲੈਂਡ ਆਫ ਰਿਜਿਡਿਟੀ ਐਂਡ ਫਲੈਕਸੀਬਿਲਿਟੀ। ਰਿਜਿਡਿਟੀ ਅਤੇ ਫਲੈਕਸੀਬਿਲਿਟੀ ਬਾਰੇ ਆਪਾਂ ਗੱਲ ਕਰਾਂਗੇ। ਹੁਣ ਕੀ ਰਿਜਿਡਿਟੀ ਕੀ ਹੁੰਦੀ, ਮਤਲਬ ਰਿਜਿਡ ਸੰਵਿਧਾਨ ਕੀ ਹੁੰਦਾ ਅਤੇ ਫਲੈਕਸੀਬਲ, ਠੀਕ ਹੈ, ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। A rigid constitution ਇੱਥੇ ਗੱਲ ਕਰਦੇ ਹਾਂ। A rigid constitution is one that requires a special procedure for its amendment as for example American constitution। और rigid ਸੰਵਿਧਾਨ ਮਤਲਬ ਕਿ ਜਿਹੜਾ ਹੈਗਾ ਸਖਤ ਹੁੰਦਾ, ਠੀਕ ਹੈ, ਸਖਤ ਉਹ ਉੱਥੇ ਹੋਏਗਾ ਜਿੱਥੇ ਕਿ ਆਪਾਂ ਗੱਲ ਕਰਦੇ ਹਾਂ ਵੀ ਉੱਥੇ ਕੀ ਆਪਣੇ ਕੀ ਸਪੈਸ਼ਲ ਪ੍ਰੋਵੀਜ਼ਨ ਚਾਹੀਦਾ। ਸੰਵਿਧਾਨ ਦੇ ਵਿੱਚ ਕੋਈ ਵੀ ਚੇਂਜ ਕਰਨਾ ਨਾ ਤਾਂ ਆਪਾਂ ਨੂੰ ਕੀ ਜਿਹੜਾ ਹੈਗਾ ਇਫੈਕਟਿਵ ਮੈਜੋਰਟੀ ਚਾਹੀਦੀ, ਸਭ ਤੋਂ ਜਿਹੜੀ ਇਫੈਕਟਿਵ ਮੈਜੋਰਟੀ ਮਤਲਬ 2/3 ਹਿੱਸਾ ਜਿਹੜਾ ਹੈਗਾ ਸਦਨ ਦਾ ਮੰਨਣਾ ਹੀ ਚਾਹੀਦਾ, ਤਾਂ ਹੀ ਜਿਹੜਾ ਹੈਗਾ ਉਹ ਕੀ ਸੰਵਿਧਾਨ ਨੂੰ ਜਿਹੜਾ ਅਪਰੂਵਲ ਦਿੱਤੀ ਜਾਏਗਾ। ਮਤਲਬ ਕੀ ਹੈਗਾ ਇੱਥੇ ਕੀ ਇੱਕ ਰਿਜਿਡ ਹੀ ਹੈ ਜਿਹੜਾ ਹੈਗਾ ਉਹ ਪਾਥ ਫੋਲੋ ਕਰਦੇ ਨੇ ਕਿ ਆਪਦੇ ਸੰਵਿਧਾਨ ਨੂੰ ਅਮੈਂਡ ਕਰਨ ਵਾਸਤੇ। ਇਸ ਕਰਕੇ ਇਹ ਸੰਵਿਧਾਨ ਕੀ ਰਿਜਿਡ ਹੋ ਜਾਂਦਾ, ਜਿੱਥੇ ਕਿ ਸੰਵਿਧਾਨ ਦੇ ਸੋਧ ਕਰਨੀ ਔਖੀ ਹੋ ਜਾਂਦੀ, ਉਹ ਕੀ ਹੈ ਰਿਜਿਡ ਸੰਵਿਧਾਨ ਹੁੰਦਾ, ਸਖਤ ਸੰਵਿਧਾਨ ਹੁੰਦਾ।
ਅੱਗੇ ਗੱਲ ਕਰਦੇ ਫਲੈਕਸੀਬਲ। ਫਲੈਕਸੀਬਲ ਕੀ ਹੁੰਦਾ ਹੈ? ਅ ਫਲੈਕਸੀਬਲ ਕਨਸਟੀਟਿਊਸ਼ਨ ਇਜ਼ ਵਨ ਦੈਟ ਕੈਨ ਬੀ ਅਮੈਂਡਡ ਇਨ ਦ ਸੇਮ ਮੈਨਰ ਐਜ਼ ਦ ਆਰਡੀਨਰੀ ਲੋਜ਼ ਆਰ ਮੇਡ, ਫॉर एग्जांपल द ਬ੍ਰਿਟਿਸ਼ ਕਨਸਟੀਟਿਊਸ਼ਨ। ਫਲੈਕਸੀਬਲ ਮਤਲਬ ਕੀ ਹੈ? ਜਿਹੜਾ ਹੈਗਾ ਇੱਕ ਲਚਕੀਲਾ ਆ, ਆਪਾਂ ਕੀ ਕਹਿ ਦਈਏ ਲਚਕੀਲਾ ਸੰਵਿਧਾਨ ਹੈਗੇ। ਲਚਕੀਲਾ ਕਿਵੇਂ ਹੋਏਗਾ? ਲਚਕੀਲਾ ਉੱਥੇ ਹੋਏਗਾ ਜਿੱਥੇ ਕਿ ਅਮੈਂਡਮੈਂਟ ਕਰਨੀ ਸੌਖੀ ਹੋ ਜਾਂਦੀ ਹੈ। ਹੁਣ ਬ੍ਰਿਟੇਨ ਦੇ ਵਿੱਚ ਆਪਾਂ ਗੱਲ ਕਰੀਏ, ਬ੍ਰਿਟੇਨ ਦੇ ਵਿੱਚ ਆਪਾਂ ਦੱਸਿਆ ਨਾ ਵੀ ਸਰਕਾਰ ਜਿਹੜੀ ਕਿ ਸਾਰਾ ਕੁਝ ਸਰਕਾਰ ਦੇ ਵਿੱਚ ਹੱਥ ਹੈਗਾ। ਹੁਣ ਜੋ ਵੀ ਚੇਂਜ ਕਰੇਗੀ ਉਹ ਕੀ ਹੈ? ਅਲਟੀਮੇਟਲੀ ਜਿਹੜਾ ਹੈਗਾ ਸੰਵਿਧਾਨ ਦਾ ਜਿਹੜਾ ਹੈਗਾ ਪਾਰਟ ਹੀ ਬਣੇਗਾ। ਕਿਉਂ? ਉੱਥੇ ਕੀ ਰਿਟਨ ਕਨਸਟੀਟਿਊਸ਼ਨ ਨਹੀਂ ਹੈਗਾ। ਇਹਦਾ ਮਤਲਬ ਕੀ ਹੈਗਾ? ਜਿਹੜਾ ਉੱਥੇ ਕੀ ਹੈਗਾ ਫਲੈਕਸੀਬਲ ਸੰਵਿਧਾਨ ਹੈਗਾ, ਜਿਹਨੂੰ ਕਿ ਛੇਤੀ ਹੀ ਚੇਂਜ ਜਿਹੜਾ ਹੈਗਾ ਆਸਾਨੀ ਨਾਲ ਚੇਂਜ ਕੀਤਾ ਜਾ ਸਕਦਾ, ਉਹ ਕੀ ਹੈ? ਫਲੈਕਸੀਬਲ ਹੋ ਗਿਆ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਇਹਦੇ ਵਿੱਚ ਡਿਫਰੈਂਸ ਸਮਝ ਲੱਗ ਗਿਆ ਹੋਏਗਾ, ਰਿਜਿਡਿਟੀ ਤੇ ਫਲੈਕਸੀਬਿਲਿਟੀ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਇੰਡੀਅਨ ਕਨਸਟੀਟਿਊਸ਼ਨ ਬਾਰੇ। ਆਪਣਾ ਸੰਵਿਧਾਨ ਕਿਵੇਂ? ਆਪਣਾ ਭਾਰਤੀ ਸੰਵਿਧਾਨ ਕਿਵੇਂ? ਇੰਡੀਅਨ ਕਨਸਟੀਟਿਊਸ਼ਨ ਇਜ਼ ਅ ਕੰਬੀਨੇਸ਼ਨ ਆਫ ਬੀਇੰਗ ਰਿਜਿਡ ਐਜ਼ ਵੈਲ ਐਜ਼ ਅ ਫਲੈਕਸੀਬਲ। ਆਪਣਾ ਸੰਵਿਧਾਨ ਕੀ ਰਿਜਿਡ ਵੀ ਹੈ, ਫਲੈਕਸੀਬਲ ਵੀ ਹੈ, ਦੋਨੇ ਐਲੀਮੈਂਟਸ ਜਿਹੜੇ ਹੈਗੇ ਨੇ ਇਕੱਠੇ ਹੈਗੇ ਨੇ। ਹੁਣ ਕਿਵੇਂ ਹੈਗੇ ਨੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। Flexible in various places, that is bringing a few changes in the Indian constitution is very easy by the process of simple majority। ਹੁਣ ਸਿੰਪਲ ਮੈਜੋਰਟੀ ਵਿੱਚ ਕੀ ਹੁੰਦਾ? ਇੱਕ ਤਾਂ ਹਿੱਸਾ ਜਿਹੜਾ ਹੈਗਾ ਸੰਵਿਧਾਨ ਸਦਨ ਦਾ ਉਹ ਮੰਨ ਜਾਂਦਾ ਹੈ, ਤਾਂ ਉਹਦੇ ਵਿੱਚ ਕੀ ਜਿਹੜਾ ਹੈਗਾ ਕਿਸੇ ਵੀ ਲੋਅ ਦੇ ਵਿੱਚ ਆਪਾਂ ਚੇਂਜ ਕਰਨਾ ਤਾਂ ਆਪਾਂ ਕਰ ਸਕਦੇ। ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ। ਮਤਲਬ ਕੀ ਹੈ ਵੀ ਫਲੈਕਸੀਬਲ ਐਲੀਮੈਂਟ ਆਪਣੇ ਸੰਵਿਧਾਨ ਦਾ ਕੀ ਹੈ ਵੀ ਸੰਵਿਧਾਨ ਦੇ ਵਿੱਚ ਕੋਈ ਵੀ ਜੇ ਚੇਂਜ ਕਰਨਾ ਆਪਾਂ ਕਿ ਆਸਾਨੀ ਨਾਲ ਚੇਂਜ ਕਰ ਲੈਂਦੇ ਹਾਂ। ਕਿਵੇਂ? ਇੱਕ ਤਿਹਾਈ ਹਿੱਸੇ ਦੀ ਅਪਰੂਵਲ ਨਾਲ ਸੰਵਿਧਾਨ ਸਦਨ ਦੀ। ਹੁਣ ਕੀ ਹੈ ਇੱਥੇ ਹੀ ਆਪਾਂ ਗੱਲ ਕਰੀਏ ਦ ਅਦਰ ਚੇਂਜ ਇਨ ਦ ਇੰਡੀਅਨ ਕਨਸਟੀਟਿਊਸ਼ਨ ਰਿਕੁਆਇਰ ਅ ਕੰਪਲੀਕੇਟਡ ਪ੍ਰੋਸੈਸ ਅੰਡਰ ਆਰਟੀਕਲ 368। ਹੁਣ ਕੀ ਹੈ ਜਿਹੜਾ ਹੈਗਾ ਨਾ ਰਿਜਿਡ ਆਪਾਂ ਕੀ ਜਿਹੜਾ ਪਾਥ ਫੋਲੋ ਕਰੀ ਗਏ ਉਹ ਕਿੱਥੇ ਫੋਲੋ ਕਰੀ ਗਏ? ਜਦੋਂ ਕਿ ਆਪਾਂ ਕੀ ਹੈ ਜਿਹੜੇ ਹੈਗੇ ਨੇ ਲੋਕਾਂ ਕੋਲੋਂ ਅਧਿਕਾਰ ਖੇਤਰ ਕਈਆਂ ਮਤਲਬ ਫੰਡਾਮੈਂਟਲ ਰਾਈਟਸ ਨੂੰ ਐਂਡ ਕਰਨਾ ਹੈ, ਜਾਂ ਫਿਰ ਕਿ ਕੁਛ ਮੇਜਰ ਚੇਂਜ ਕਰਨਾ ਜਿਹੜਾ ਕਿ ਕੰਟਰੀ ਨੂੰ ਇੰਪੈਕਟ ਕਰ ਸਕਦਾ ਹੈ, ਉਹਦੇ ਬੇਸਿਕ ਸਟਰਕਚਰ ਨੂੰ ਵੀ ਜਿਹੜਾ ਹੈਗਾ ਚੇਂਜ ਹਿਲਾ ਸਕਦਾ ਹੈ। ਇਸ ਕਰਕੇ ਕੀ ਜਿਹੜਾ ਹੈਗਾ ਆਪਾਂ ਕੀ ਹੈ ਜਿਹੜਾ ਹੈਗਾ ਇੱਕ ਆਰਟੀਕਲ ਜਿਹੜਾ ਹੈਗਾ ਆਰਟੀਕਲ 368 ਜਿਹੜਾ ਹੈਗਾ ਉਹਦੇ ਆਪਾਂ ਪਾਥ ਫੋਲੋ ਕਰੀ ਗਏ, ਜੋ ਪਾਥ ਸਹੀ ਜਾ ਰਿਹਾ ਤਾਂ ਆਪਾਂ ਕੀ ਜਿਹੜਾ ਹੈਗਾ ਉਹਦੇ ਵਿੱਚ ਅਮੈਂਡਮੈਂਟ ਕਰ ਸਕਦੇ। ਦ ਵੈਰੀ ਫੈਕਟ ਦੈਟ in the last 76 years in the Indian Constitution have been amended 128 amendments। ਮਤਲਬ ਕੀ ਹੈ ਵੀ ਆਪਣੇ ਸੰਵਿਧਾਨ ਉਹਨੇ ਪਿਛਲੇ 76 ਸਾਲਾਂ ਵਿੱਚ ਆਪਣਾ ਸੰਵਿਧਾਨ ਨੂੰ 128 ਵਾਰੀ ਸੋਧਿਆ ਜਾ ਚੁੱਕਿਆ ਹੈ, ਜਿਹੜਾ ਕੀ ਜਿਹੜਾ ਹੈਗਾ ਆਪਣੇ ਸੰਵਿਧਾਨ ਦਾ ਇੱਕ ਰਿਜਿਡ ਫੀਚਰ ਹੈਗਾ ਵੀ ਇੰਨੇ ਸਾਲ ਵੀ ਹੋ ਗਏ ਫਿਰ ਵੀ ਕੀ ਜਿਹੜਾ ਹੈਗਾ ਆਪਣਾ ਇੱਕ ਰਿਜਿਡ ਫੀਚਰ ਇਹ ਹੈਗਾ ਵੀ ਆਪਾਂ ਸਿਰਫ ਆਪਦੇ ਸੰਵਿਧਾਨ ਨੂੰ ਜਿਹੜਾ ਹੈਗਾ 128 ਵਾਰੀ ਜਿਹੜਾ ਹੈਗਾ ਸੋਧ ਕੀਤੀ ਉਹਦੇ ਵਿੱਚ। ਆਈ ਹੋਪ ਗਾਈਜ਼ ਤੁਹਾਨੂੰ ਸਮਝ ਲੱਗ ਗਿਆ ਹੋਏਗਾ। ਸੋਧ ਦਾ ਮਤਲਬ ਕਿ ਕੁਛ ਨਾ ਕੁਛ ਜਿਹੜਾ ਹੈਗਾ ਮੇਜਰ ਚੇਂਜ ਕਰਨਾ ਆਪਣੇ ਸੰਵਿਧਾਨ ਦੇ ਵਿੱਚ, ਜਿਹੜਾ ਕਿ ਆਪਣੇ ਸੰਵਿਧਾਨ ਦੀ ਰਿਕੁਆਇਰਮੈਂਟ ਹੈਗੀ ਜਾਂ ਫਿਰ ਆਪਣੇ ਸਿਸਟਮ ਦੀ ਰਿਕੁਆਇਰਮੈਂਟ ਹੈਗੀ। ਆਈ ਹੋਪ ਗਾਈਜ਼ ਤੁਹਾਨੂੰ ਸਮਝ ਲੱਗ ਗਿਆ ਹੋਏਗਾ ਬਲੈਂਡ ਆਫ ਰਿਜਿਡਿਟੀ ਐਂਡ ਫਲੈਕਸੀਬਿਲਿਟੀ। ਅੱਗੇ ਜਿਹੜਾ ਹੈਗਾ ਆਪਣਾ ਨੈਕਸਟ ਫੀਚਰ ਜਿਹੜਾ ਹੈਗਾ ਉਹਦੇ ਬਾਰੇ ਗੱਲ ਕਰਦੇ ਹਾਂ। ਫੋਰਥ ਸੇਲੀਅੰਟ ਫੀਚਰ ਆਫ ਇੰਡੀਅਨ ਕਨਸਟੀਟਿਊਸ਼ਨ ਇਹ ਹੈਗਾ ਫੈਡਰਲ ਸਿਸਟਮ ਵਿਦ ਯੂਨਿਟਰੀ ਬਾਇਸ। ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਫੈਡਰਲ ਸਿਸਟਮ ਕੀ ਹੁੰਦਾ, ਫਿਰ ਆਪਾਂ ਗੱਲ ਕਰਾਂਗੇ ਯੂਨਿਟਰੀ ਸਿਸਟਮ ਕੀ ਹੈ, ਫਿਰ ਆਪਾਂ ਆਪਦੇ ਸੰਵਿਧਾਨ ਦੀ ਗੱਲ ਕਰਾਂਗੇ ਆਪਣਾ ਸੰਵਿਧਾਨ ਦੇ ਵਿੱਚ ਕੀ ਐਲੀਮੈਂਟ ਹੈਗੇ ਨੇ, ਉਹ ਕੀ ਫੈਡਰਲ ਹੈਗਾ ਕਿ ਯੂਨਿਟਰੀ ਹੈਗਾ ਜਾਂ ਫਿਰ ਦੋਨਾਂ ਨੂੰ ਇਕੱਠਾ ਮਿਲਾ ਕੇ ਗੱਲ ਕਰਦੇ। ਹੁਣ ਕੀ ਵੈਸੇ ਤਾਂ ਆਪਾਂ ਫਸਟ ਆਪਣੇ ਪੁਆਇੰਟ ਦੇ ਵਿੱਚ ਹੀ ਦੱਸ ਦਿੱਤਾ ਫੈਡਰਲ ਸਿਸਟਮ ਵਿਦ ਯੂਨਿਟਰੀ ਬਾਈਸ, ਤਾਂ ਆਪਾਂ ਇਹਦੇ ਵਿੱਚ ਗੱਲ ਕਰਨੀ ਕਿਵੇਂ ਹੈਗਾ। ਤਾਂ ਸਭ ਤੋਂ ਪਹਿਲਾਂ ਆਪਾਂ ਫੈਡਰਲ ਸਿਸਟਮ ਸਮਝਦੇ ਹਾਂ। ਫੈਡਰਲ ਸਿਸਟਮ ਇਜ਼ ਅ ਸਿਸਟਮ ਵੇਅਰ ਦ ਟੂ ਗਵਰਨਮੈਂਟਸ ਸੈਂਟਰਲ ਗਵਰਨਮੈਂਟ ਐਂਡ ਸਟੇਟ ਗਵਰਨਮੈਂਟ work together for a running of system government work in their respective areas। ਹੁਣ ਇੱਥੇ ਕੀ ਗੱਲ ਕਰ ਰਹੇ ਫੈਡਰਲ ਸਿਸਟਮ ਮਤਲਬ ਕਿ ਸੰਘੀ ਸ਼ਾਸਨ ਪ੍ਰਣਾਲੀ। ਫੈਡਰਲ ਸਿਸਟਮ ਨੂੰ ਆਪਾਂ ਪੰਜਾਬੀ ਦੇ ਵਿੱਚ ਸੰਘੀ ਸ਼ਾਸਨ ਪ੍ਰਣਾਲੀ ਕਹਿ ਦੀ ਗਏ, ਜਿਹਦੇ ਵਿੱਚ ਕੀ ਗੱਲ ਕਰਦੀ ਗਏ ਵੀ ਉੱਥੇ ਕੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੋਨੇ ਕੀ ਇਕੱਠੇ ਮਿਲ ਕੇ ਜਿਹੜੇ ਹੈਗੇ ਆਪਣੇ ਸੰਵਿਧਾਨ ਨੂੰ ਆਪਣੇ ਦੇਸ਼ ਨੂੰ ਜਿਹੜਾ ਹੈਗਾ ਚਲਾਉਣ ਦੇ ਵਿੱਚ ਮਦਦ ਕਰਦੇ ਨੇ, ਇੱਕ ਦੂਜੇ ਦੀ ਮਦਦ ਕਰਦੇ ਨੇ। ਕਿਵੇਂ? ਕਈ ਵਾਰ ਕੀ ਹੁੰਦਾ ਨੇ ਵਾਸਟ ਡਾਇਵਰਸਿਟੀ, ਜਿਵੇਂ ਆਪਾਂ ਨੂੰ ਪਤਾ ਹੀ ਹੈ ਆਪਣਾ ਸੰਵਿਧਾਨ ਜਿਹੜਾ ਆਪਣਾ ਦੇਸ਼ ਜਿਹੜਾ ਹੈਗਾ ਦੇਸ਼ ਕੀ ਇੱਕ ਬਹੁਤ ਹੀ ਵਾਸਟ ਜਿਹੜਾ ਹੈਗਾ ਡਾਇਵਰਸਿਟੀ ਵਾਲਾ ਦੇਸ਼ ਹੈ, ਮਤਲਬ ਕਿ ਇਹਦੇ ਵਿਭਿੰਨਤਾ ਬਹੁਤ ਜ਼ਿਆਦਾ ਪਾਈ ਜਾਂਦੀ। ਇਸ ਕਰਕੇ ਕੀ ਇਹ ਸਟੇਟਸ ਜਿਹੜੇ ਹੈਗੇ ਨਾ ਸਟੇਟ ਦੀ ਸਰਕਾਰ ਹੋਣੀ ਜ਼ਰੂਰੀ ਹੈ। ਕਿਉਂਕਿ ਜਿਹੜੇ ਹੈਗੇ ਸਟੇਟ ਹੀ ਜਿਹੜੇ ਹੈਗੇ ਨਾ ਆਦੇ ਜਿਹੜੇ ਰਿਸਪੈਕਟਿਵ ਜਿਹੜੇ ਹੈਗੇ ਨੇ ਲੋਕਾਂ ਨੂੰ ਸਮਝ ਸਕਦੀ ਹੈ, ਆਦੇ ਰਿਸਪੈਕਟਿਵ ਲੋਕਾਂ ਨੂੰ ਸਮਝ ਸਕਦੀ ਹੈ। ਹਾਂ ਵੀ ਇਹਨਾਂ ਦਾ ਕਲਚਰ ਇਹ ਹੈ, ਇਹਨਾਂ ਨੂੰ ਅਸੀਂ ਕੀ ਜਿਹੜੀ ਕਿ ਇਸ ਤਰ੍ਹਾਂ ਦੀ ਫੈਸਿਲਿਟੀ ਦੇਵਾਂਗੇ ਤਾਂ ਹੀ ਜਿਹੜੇ ਗਰੋ ਕਰਨਗੇ, ਤਾਂ ਹੀ ਇਹ ਡਿਵੈਲਪ ਹੋਣਗੇ। ਅਲੱਗ-ਅਲੱਗ ਏਰੀਆ ਅਕੋਰਡਿੰਗ ਅਲੱਗ-ਅਲੱਗ ਰਿਕੁਆਇਰਮੈਂਟਸ ਹੈਗੇ ਨੇ, ਇਸ ਕਰਕੇ ਸਟੇਟ ਗਵਰਨਮੈਂਟਸ ਹੋਣਾ ਜ਼ਰੂਰੀ ਹੈ ਪਹਿਲੀ ਗੱਲ ਤਾਂ। ਫਿਰ ਆਪਾਂ ਗੱਲ ਕਰਦੇ ਹਾਂ ਵੀ ਫੈਡਰਲ ਸਿਸਟਮ ਦੇ ਵਿੱਚ ਜਿਹੜਾ ਹੈਗਾ ਸੈਂਟਰ ਜਿਹੜਾ ਹੈਗਾ ਨਾ ਸੈਂਟਰ ਅਤੇ ਸਟੇਟ ਦੋਨੋਂ ਇਕੱਠੇ ਜਿਹੜੇ ਹੈਗੇ ਨੇ ਵਰਕ ਕਰਦੇ ਨੇ, ਇਕੱਠਾ ਸਿਸਟਮ ਚਲਾਉਂਦੇ ਨੇ ਪੂਰੇ ਦੇਸ਼ ਦੀ ਜਿਹੜੀ ਕਿ ਡਿਵੈਲਪਮੈਂਟ ਵਾਸਤੇ। ਠੀਕ ਹੈ,
आई होप गाइज तुहानूं जिहड़ा हैगा फैडरल सिस्टम मतलब कि संघी शासन प्रणाली बारे समझ लग गई होगी। अगे गल करते यूनिटरी सिस्टम। यूनिटरी सिस्टम मतलब कि एक ऐसी शासन प्रणाली होंगी जिते कि बस एक ही सरकार जी है यूनीयन गवर्नमेंट। यूनिटरी मतलब कि यूनीयन गवर्नमेंट, यूनीयन मतलब केंद्र सरकार ही जी है पूरे देश से रूल करती है। यूनिटरी सिस्टम इज अ सिस्टम वेयर ओनली गवर्नमेंट या फिर ओनली वन गवर्नमेंट डोमिनेटली वर्क फॉर द डेवलपमेंट ऑफ और अपलिफ्टमेंट ऑफ द कंट्री। मतलब कि देश के विकास वास्ते जी है सिर्फ जी है यूनिटरी गवर्नमेंट मतलब यूनीयन सरकार जी केंद्र सरकार ही जी है पूरे देश से रूल करती है। अगर जेकर होणगियां ना मतलब कि जेकर इत्थे यूनिटरी सिस्टम दे विच जिहड़ी राज सरकार हैगियां भी ने तां भी वो की है ना यूनीयन दे जिहड़े हैगे ने यूनीयन करके होणगे। जे केंद्र सरकार चाहेगी तो उन्होंने की है खत्म भी कर सकती, उन्होंने रिमूव कर सकती है, जिथे कि आप यूनिटरी दे विच सेंटर जिहड़ा है इंपोर्टेंट होंदा है। अगे गल करते अपने जिहड़ा है इंडिया बारे। ठीक है, हुण किवें इंडिया किवें है फैडरल सिस्टम एंड अ यूनिटरी सिस्टम कंटेनिंग फॉलोइंग फीचर्स। हुण फैडरल अपने इंडिया के जिहड़े हैगे ने फैडरल सिस्टम ते यूनिटरी सिस्टम दे विच की जिहड़े हैगे ने फीचर्स हैगे ने उहदे बारे गल कर रहे हैं। फैडरल सिस्टम कंटेन्स ऑल द यूजुअल फीचर्स ऑफ द फैडरल लाइक। हुण कि फैडरल सिस्टम कित्थे होएगा, कित्थे जिहड़ा हैगा फैडरल संघी शासन प्रणाली होएगी। सब तो पहले की होएगा जिथे दो सरकारां होणगियां, टू गवर्नमेंट्स, डिवीजन ऑफ पावर्स। जिथे दो सरकारां होणगियां, दो सरकारां हैगियां ने, फिर उन्हां दे विच जिहड़े हैगे ने शक्तियां दी वंड भी बराबर होनी चाहिए, तां ही कि जिहड़ा हैगा बैलेंस होएगा, तां ही फैडरल सिस्टम हैगा, अदरवाइज नहीं है। रिटन कॉन्स्टिट्यूशन होना चाहिए। सुप्रीमेसी ऑफ कॉन्स्टिट्यूशन अपन पता ही है अपना जो संविधान है सुप्रीम है, इस करके अपना सिस्टम फैडरल है। रिजिडिटी ऑफ कॉन्स्टिट्यूशन, इंडिपेंडेंट जुडिशरी एंड बायकैमरलिज्म। बायकैमरलिज्म मतलब कि जितने की है मतलब स्टेट्स के विच भी की है दो सदन होंगे ने, दो सदन वर्क करते हैं, वो बायकैमरलिज्म होंगे। ठीक है, दो ही शासन प्रणालियां आप कह दी गए। ਹੁਣ ਅੱਗੇ ਗੱਲ आई होप गाइज ਤੁਹਾਨੂੰ ਜਿਹੜਾ ਹੈਗਾ ਫੈਡਰਲ ਸਿਸਟਮ ਬਾਰੇ ਸਮਝ ਲੱਗ ਗਿਆ ਹੋਏਗਾ। ਫੈਡਰਲ ਸਿਸਟਮ ਦੇ ਵਿੱਚ ਕੀ ਹੈਗਾ, ਇਹਦੇ ਜਿਹੜੇ ਅਲੱਗ-ਅਲੱਗ ਐਲੀਮੈਂਟਸ ਹੈਗੇ ਨੇ, ਹੁਣ ਇੱਥੋਂ ਆਪਾਂ ਜੱਜ ਕਰਨਾ ਵੀ ਆਪਣਾ ਜਿਹੜਾ ਹੈਗਾ ਸੰਵਿਧਾਨ, ਆਪਣਾ ਦੇਸ਼ ਜਿਹੜਾ ਹੈਗਾ ਫੈਡਰਲ ਹੈ ਕਿ ਨਹੀਂ ਹੈ। यूनिटरी जेकर यूनिटरी है तो यूनिटरी है कि नहीं है। ਹੁਣ ਕਿਵੇਂ ਫੈਡਰਲ ਸਿਸਟਮ ਦੇ ਵਿੱਚ ਆਪਾਂ ਗੱਲ ਕਰ ਰਹੇ ਟੂ ਗਵਰਨਮੈਂਟਸ ਹੋਣੀ ਚਾਹੀਦੀ, ਡਿਵੀਜ਼ਨ ਆਫ ਪਾਵਰ ਹੋਣੀ ਚਾਹੀਦੀ, ਰਿਟਨ ਕਨਸਟੀਟਿਊਸ਼ਨ, ਸੁਪਰੀਮੇਸੀ ਆਫ ਕਨਸਟੀਟਿਊਸ਼ਨ, ਰਿजिडिटी ਆਫ ਕਨਸਟੀਟਿਊਸ਼ਨ, ਇੰਡੀਪੈਂਡੈਂਟ ਜੁਡੀਸ਼ਰੀ ਐਂਡ ਬਾਇਕੈਮਰਲਿਜ਼ਮ, ਇਹ ਸਾਰਾ ਕੁਝ ਹੋਣਾ ਚਾਹੀਦਾ। ਅੱਗੇ ਆਪਾਂ ਗੱਲ ਕਰਦੇ यूनिटरी सिस्टम। यूनिटरी सिस्टम ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕੀ ਜਿਹੜੇ ਹੈਗੇ ਨੇ ਫੀਚਰ ਹੋਣੇ ਚਾਹੀਦੇ। यूनिटरी सिस्टम और नॉन फैडरल सिस्टम फीचर्स लाइक स्ट्रोंग सेंटर। ਆਪਾਂ ਨੂੰ ਪਤਾ ਹੈ ਕਈ ਵਾਰੀ ਕੀ ਹੁੰਦਾ ਵੀ ਕਈ ਵਾਰੀ ਐਮਰਜੈਂਸੀ ਪ੍ਰੋਵੀਜ਼ਨਸ ਐਮਰਜੈਂਸੀ ਜਿਹੜੀ ਲੱਗ ਜਾਂਦੀ ਦੇਸ਼ ਦੇ ਵਿੱਚ, ਤਾਂ ਉੱਥੇ ਕੀ ਜਿਹੜੇ ਕਿ ਦੇਸ਼ ਰਾਜਾਂ ਦੀ ਸਰਕਾਰਾਂ ਜਿਹੜੀਆਂ ਭੰਗ ਕਰ ਦਿੱਤੀ ਜਾਂਦੀਆਂ ਨੇ, ਅਤੇ ਜਿੱਥੇ ਵੀ ਲੱਗਦੀ ਹੈ ਨਾ ਉੱਥੇ ਕੀ ਜਿਹੜੇ ਕਿ ਸੈਂਟਰ ਰੂਲ ਕਰਦੀ ਹੈ। ਮਤਲਬ ਕਿ ਇਹ ਜਿਹੜਾ ਹੈਗਾ ਸੈਂਟਰ ਸਟਰੋਂਗ ਤਾਂ ਹੈ, ਮਤਲਬ ਜੇਕਰ ਉਹ ਕਿਸੇ ਵੀ ਕਾਰਨ ਕਰਕੇ ਜਿਹੜਾ ਹੈਗਾ ਹੁੰਦਾ ਤਾਂ ਸੈਂਟਰ ਤਾਂ ਸਟਰੋਂਗ ਹੈ ਹੀ ਹੈ। ਅੱਗੇ ਗੱਲ ਕਰਦੇ ਸਿੰਗਲ ਕਨਸਟੀਟਿਊਸ਼ਨ। ਆਪਾਂ ਪਹਿਲਾਂ ਵੀ ਗੱਲ ਕੀਤੀ ਆਪਣਾ ਸੰਵਿਧਾਨ ਜਿਹੜਾ ਹੈਗਾ ਦੇਸ਼ ਦਾ ਇੱਕੋ ਹੀ ਸੰਵਿਧਾਨ ਹੈਗਾ, ਇਸ ਕਰਕੇ ਆਪਣਾ ਜਿਹੜਾ ਹੈਗਾ ਸੰਵਿਧਾਨ ਵੱਡਾ ਵੀ ਹੈ। ਠੀਕ ਹੈ, ਉਹ ਆਪਾਂ ਜਿਹੜਾ ਹੈਗਾ ਫਸਟ ਫੀਚਰ ਦੇ ਵਿੱਚ ਗੱਲ ਕੀਤੀ ਸੀ। ਅੱਗੇ ਗੱਲ ਕਰਦੇ ਸਿੰਗਲ ਸਿਟੀਜ਼ਨਸ਼ਿਪ। ਆਪਣੇ ਦੇਸ਼ ਵਿੱਚ ਦੋਹਰੀ ਨਾਗਰਿਕਤਾ ਦਾ ਕੋਈ ਪ੍ਰੋਵੀਜ਼ਨ ਨਹੀਂ ਕਿ ਆਪਣੇ ਦੇਸ਼ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਦਿੱਤੀ ਜਾਂਦੀ, ਜਿਹੜੀ ਕਿ ਆਪਾਂ ਨੂੰ ਕੀ ਹੈ ਕੇਂਦਰ ਸਰਕਾਰ ਪ੍ਰੋਵਾਈਡ ਕਰਦੀ ਹੈ। ਅੱਗੇ ਆ ਗਿਆ ਫਲੈਕਸੀਬਿਲਿਟੀ ਆਫ ਕਨਸਟੀਟਿਊਸ਼ਨ। ਆਪਣਾ ਸੰਵਿਧਾਨ ਆਪਾਂ ਗੱਲ ਕਰ ਹੀ ਲਿਆ, ਕੁਝ ਜਗ੍ਹਾ 'ਤੇ ਕੀ ਹੈ ਸੰਵਿਧਾਨ ਦੇ ਵਿੱਚ ਚੇਂਜ ਕਰਨੇ ਬੜੇ ਸੌਖੇ ਨੇ। ਕੁਝ ਜਿਹੜੇ ਹੈਗੇ ਨੇ ਜਿਹੜੇ ਕਿ ਆਪਣੇ ਸੰਵਿਧਾਨ ਦੇ ਬੇਸਿਕ ਐਲੀਮੈਂਟਸ ਜਿਹੜੇ ਨੇ ਉਹਨਾਂ ਨੂੰ ਨਹੀਂ ਖਤਮ ਕਰਦੇ, ਉਹਦੇ ਵਿੱਚ ਆਪਾਂ ਆਸਾਨੀ ਨਾਲ ਚੇਂਜ ਕਰ ਦਈਏ। ਬਟ ਕਿਤੇ ਕੀ ਹੁੰਦਾ ਸੰਵਿਧਾਨ ਦੀ ਜਿਹੜੀ ਕਿ ਨੀਂਹ ਨੂੰ ਹਿਲਾਇਆ ਜਾ ਸਕਦਾ ਹੈ, ਉਹ ਚੇਂਜ ਕਰਨੇ ਥੋੜ੍ਹੇ ਔਖੇ ਹੋ ਜਾਂਦੇ ਨੇ, ਇਸ ਕਰਕੇ ਉਹਨਾਂ ਦੇ ਵਾਸਤੇ ਸਪੈਸ਼ਲ ਜਿਹੜੇ ਹੈਗੇ ਨੇ ਆਪਾਂ ਕੀ ਜਿਹੜੇ ਕਿ ਪ੍ਰੋਸੈਸ ਰੱਖੇ ਹੋਏ ਨੇ। ਅੱਗੇ ਗੱਲ ਕਰਦੇ ਹਾਂ ਇੰਟੀਗ੍ਰੇਟਡ ਜੁਡੀਸ਼ਰੀ। ਇੰਟੀਗ੍ਰੇਟਡ ਜੁਡੀਸ਼ਰੀ मतलब कि जुडिशरी की है चेन वाइज ही है। सुप्रीम कोर्ट सब तो उपर, दैन की हाई कोर्ट्स, इस तो बाद सैशन कोर्ट्स सैक्टर आ जाते हैं। ठीक है, अपॉइंटमेंट ऑफ द स्टेट गवर्नर बाय द सेंटर। तो अपन पता ही है अपॉइंटमेंट गवर्नर को कौन नियुक्त करता है, सेंटर ही करते हैं। AIS का मतलब की होंगे ऑल इंडियन सर्विसेज। ऑल इंडियन सर्विसेज का मतलब की होंगे ਜਿਹੜੇ ਪਰਸਨ ਜਿਹੜੇ ਵੀ ਜਿਹੜੇ ਹੈਗੇ ਨੇ ਬਿਊਰੋਕਰੇਟਸ ਹੋ ਗਏ ਜਾਂ ਫਿਰ ਨੌਕਰਸ਼ਾਹ ਜਿਹੜੇ ਹੁੰਦੇ ਨੇ, ਉਹ ਕੀ ਹੈ ਜਿਹੜੇ ਸੈਂਟਰ ਦੁਆਰਾ ਰਿਕਰੂਟ ਕਰਕੇ ਕੇਸ ਜਿਹੜੇ ਹੈਗੇ ਨੇ ਉਹਨਾਂ ਨੂੰ ਕੀ ਹੈ ਆਪਣੀ ਸਟੇਟ ਦੇ ਵਿੱਚ ਸਟੇਟ ਗਵਰਨਮੈਂਟਸ ਲਈ ਜਿਹੜੇ ਹੈਗਾ ਉਹਨਾਂ ਦੇ ਵਾਸਤੇ ਵਰਕ ਵਾਸਤੇ ਜਿਹੜੇ ਹੈਗਾ ਉਹਨਾਂ ਨੂੰ ਭੇਜਿਆ ਜਾਂਦਾ ਹੈ। ਪਰ ਹੁੰਦੇ ਕੀ ਵਰਕ ਸਟੇਟ ਵਿੱਚ ਕਰਨਗੇ, ਪਰ ਉਹਨਾਂ ਦੇ ਜਿਹੜੇ ਹੈਗੇ ਨੇ ਐਮਪਲੋਈ ਕਿੰਨੇ ਹੁੰਦੇ ਨੇ ਸੈਂਟਰ ਦੇ ਹੁੰਦੇ ਨੇ। ਇੱਕ ਹੀ AIS ਹੁੰਦੇ ਨੇ, ਆਲ ਇੰਡੀਅਨ ਸਰਵਿਸਿਜ਼ ਹੁੰਦੀਆਂ ਨੇ। ਐਮਰਜੈਂਸੀ ਪ੍ਰੋਵੀਜ਼ਨ ਦੇ ਵਿੱਚ ਕੀ ਹੈ ਸੈਂਟਰ ਹੀ ਹਮੇਸ਼ਾ ਸਟਰੋਂਗ ਰਹਿੰਦਾ। ਸੋ ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਇਹਨਾਂ ਸਮਝ ਲੱਗ ਗਿਆ ਹੋਏਗਾ ਵੀ ਆਪਣਾ ਦੇਸ਼ ਜਿਹੜਾ ਹੈਗਾ यूनिटरी ਵੀ ਹੈ ਅਤੇ ਫੈਡਰਲ ਵੀ ਹੈ। ਅੱਗੇ ਗੱਲ ਕਰਦੇ ਵੀ ਆਪਾਂ यूनिटरी ਅਤੇ ਫੈਡਰਲ ਵਾਸਤੇ ਨਾ ਇੱਕ ਕਾਮਨ ਵਰਡ ਆਪਾਂ ਯੂਜ਼ ਕਰੀਏ,
वर्ड यूज़ करेगा उनके बारे गल करते हैं। हैंस द इंडियन कॉन्स्टिट्यूशन हैज़ बीन वेरियसली डिस्क्राइब्ड एज अ फैडरल इन द फॉर्म बट यूनिटरी इन द स्पिरिट। एक तो यह गल होगी जब बट आप सब तो जो मोस्ट इंपोर्टेंट वर्ड जो आप हमेशा यूज़ करी गए और द फेमस वर्ड विच वी यूज टू डिस्क्राइब आवर सिस्टम इन अ क्वासी फैडरल। मतलब कि है जो एक वर्ड जो मोस्ट कॉमन वर्ड आप यूज़ करी गए इन दोनों वास्ते। क्वासी फैडरल, क्वासी फैडरल का मतलब होंगे अद्धा फैडरल है तो बाकी की यूनिटरी है। बट आप की है जो आप जो अपने फीचर्स देखेंगे ना अपने संविधान जो होर एनालाइज करेंगे आपको पता लगेगा भी अपना संविधान जो है ज़्यादा यूनिटरी है तो घट फैडरल है। इस करके कि आप जो एक वर्ड रखा है उनका नाम की है आप टर्म यूज़ करी गए, वर्ड रखा नहीं टर्म यूज़ करी गए उनका नाम की है फैडरल क्वासी फैडरल। क्वासी फैडरल जो वर्ड है आप की डोनेट करी गया जिथे दो सिस्टम कट्ठे वर्क करते हैं जिमें कि अपने फैडरल तो यूनिटरी कट्ठे रल के जोड़े वर्क करते हैं। सो आई होप गाइज तुहानूं इन्ना समझ लग गया होगा। अज के लैक्चर के आप की है अमेंडेबिलिटी ऑफ प्रीएम्बल तो आप की सेलियन फीचर ऑफ इंडियन कॉन्स्टिट्यूशन के आप 4 फीचर्स कर लेने। 4 फीचर्स आई होप गाइज तुहानूं जिहड़े चारे के चारे समझ लग गए होणगे। जिन्होंने किसी तरह की कोई भी डाउट हो तो तुसीं की जिहड़ा कमेंट सैक्शन में जरूर दसना है। नैक्सट लैक्चर आप लैके आवांगे जिहड़े बाकी दे अपने जिहड़े सेलियन फीचर्स रह गए ना जिहड़े अपने संविधान के प्रमुख तत्त रह गए आप उन्होंने जिहड़ा नैक्सट लैक्चर जिहड़ा दे विच आप उन्होंने कंप्लीट करेंगे दैन आप अगे जिहड़ा नैक्सट टॉपिक जिहड़ा चक्कांगे। सो आई होप गाइज तुहानूं जिहड़ा लैक्चर तुहाडे लई वैल्यूएबल होएगा, तुहाडा टाइम यूटिलाइज होया होएगा। थैंक यू सो मच गाइज, प्लीज़ सब्सक्राइब माई चैनल मिस्टर सिंह एजुकेशन। थैंक यू गाइज एंड बाय बाय गाइज।